ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਧੰਨ ਧੰਨ ਸੱਚੇ ਪਾਤਸ਼ਾਹ, ਗਰੀਬ ਨਵਾਜ, ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ ਪ੍ਰਤੱਖ ਗੁਰੂ, ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ, ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸਤਿਗੁਰੂ ਜੀ ਦੀ ਪਿਆਰੀ ਸਾਡੀ ਨਵਾਜੀ ਸੰਗਤ ਜੀ, ਆਪ ਜੀ ਬੜੇ ਪਿਆਰ ਨਾਲ ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੱਜ ਕੇ ਗੁਰਬਾਣੀ ਜੀ ਦਾ ਮੁੱਖ ਵਾਕ ਪਾਠ ਸਰਵਣ ਕੀਤਾ। ਕੁਝ ਸਮਾਂ ਸਤਿਗੁਰਾਂ ਦੇ ਚਰਨਾਂ ਵਿੱਚ ਆਪਾਂ ਬੈਠ ਕੇ ਟਿਕ ਕੇ ਮਹਾਰਾਜ ਜੀ ਦਾ ਜਸ, ਗੁਰੂ ਘਰ ਦਾ ਮਹਾਨ ਪਵਿੱਤਰ ਇਤਿਹਾਸ, ਸਤਿਗੁਰੂ ਜੀ ਦੀ ਸੋਭਾ, ਗੁਰੂ ਜੀ ਦੀ ਵਡਿਆਈ ਸਰਵਣ ਕਰਨੀ ਹੈ। ਸਾਰੀਆਂ ਸੰਗਤਾਂ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਦ ਸੋਢੀ ਸੁਲਤਾਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਲੜੀਵਾਰ ਕਥਾ ਆਪ ਜੀ ਸਰਵਣ ਕਰ ਰਹੇ ਹੋ। ਪਿਆਰ ਦੇ ਨਾਲ ਦੋਵੇਂ ਹੱਥ ਜੋੜ ਕੇ ਸਭ ਸੰਗਤ ਗੱਜ ਕੇ ਕਹੋ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਸਾਧ ਸੰਗਤ ਜੀ, ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਮਹਾਨ ਪਵਿੱਤਰ ਜੀਵਨ ਬੜਾ ਹੀ ਸਿੱਖਿਆਦਾਇਕ ਹੈ। ਬਹੁਤ ਵੱਡੀ ਸਿੱਖਿਆ ਮਹਾਰਾਜ ਜੀ ਦੇ ਜੀਵਨ ਦੇ ਵਿੱਚੋਂ ਸਾਨੂੰ ਜੀਵਾਂ ਨੂੰ ਪ੍ਰਾਪਤ ਹੁੰਦੀ ਹੈ। ਕੱਲ੍ਹ ਤੁਸੀਂ ਸਰਵਣ ਕੀਤਾ, ਮਹਾਰਾਜ ਜੀ ਨੇ ਜਿੱਥੇ ਭਾਈ ਹਿੰਦਾਲ ਜੀ 'ਤੇ ਬਖਸ਼ਿਸ਼ਾਂ ਕੀਤੀਆਂ, ਉੱਥੇ ਹੋਰ ਵੀ ਗੁਰਸਿੱਖਾਂ 'ਤੇ ਮਹਾਰਾਜ ਨੇ ਕਿਰਪਾ ਕੀਤੀ। ਭਾਈ ਸਾਹਿਬ ਭਾਈ ਗੁਰਦਾਸ ਜੀ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੀ ਹਜ਼ੂਰੀ ਵਿੱਚ ਆਏ, ਗੁਰੂ ਰਾਮਦਾਸ ਸਾਹਿਬ ਜੀ ਦੇ ਸੋਹਣੇ ਦਰਸ਼ਨ ਕੀਤੇ। ਭਾਈ ਗੁਰਦਾਸ ਜੀ ਹੱਥ ਜੋੜ ਕੇ ਸਤਿਗੁਰੂ ਜੀ ਨੂੰ ਬੇਨਤੀ ਕਰਨ ਲੱਗੇ, ਮਹਾਰਾਜ ਆਪ ਆਪਣੀ ਸਿੱਖੀ ਦੀ ਦਾਤ ਮੈਨੂੰ ਬਖਸ਼ਿਸ਼ ਕਰੋ। ਸਾਧ ਸੰਗਤ ਜੀ, ਦਾਸ ਬੇਨਤੀ ਕਰੇ, ਭਾਵਾਂ ਕਿ ਇਹ ਪ੍ਰਸੰਗ ਤੁਸੀਂ ਕੱਲ੍ਹ ਸਰਵਣ ਕਰ ਲਿਆ, ਜਿੰਨਾ ਚਿਰ ਤੱਕ ਸਾਡੇ ਸਰੀਰ ਵਿੱਚ ਸਵਾਸ ਹਨ ਨਾ, ਉਹਨਾਂ ਚਿਰ ਤੱਕ ਮਹਾਰਾਜ ਜੀ ਦੇ ਕੋਲੋਂ ਸਿੱਖੀ ਦੀ ਦਾਤ ਮੰਗਦੇ ਹੀ ਰਿਹਾ ਕਰੋ ਜੀ। ਮਹਾਰਾਜ ਜੀ ਦੇ ਕੋਲੋਂ ਸਿੱਖੀ ਮੰਗਦੇ ਹੀ ਰਹਿਣਾ, ਮੰਗਦੇ ਹੀ ਰਹਿਣਾ। ਕਿਉਂ? ਇੱਥੇ ਕੋਈ ਨਹੀਂ ਪਤਾ ਸਾਧ ਸੰਗਤ ਜੀ ਕਿਹੜੇ ਵੇਲੇ ਜਿਹੜਾ ਸਾਡਾ ਸਿੱਧਕ ਹੈ ਨਾ, ਸਿੱਖੀ ਸਿੱਧਕ ਡੋਲ ਜਾਵੇ। ਇਸ ਕਰਕੇ ਮਹਾਰਾਜ ਜੀ ਦੇ ਕੋਲੋਂ ਸਿੱਖੀ ਦੀ ਦਾਤ ਮੰਗਦੇ ਰਹਿਣਾ। ਭਾਈ ਗੁਰਦਾਸ ਜੀ ਨੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਬੇਨਤੀ ਕੀਤੀ, ਮਹਾਰਾਜ ਆਪ ਦੀ ਸਿੱਖੀ ਬਖਸ਼ੋ। ਸ੍ਰੀ ਗੁਰੂ ਰਾਮਦਾਸ ਸਾਹਿਬ ਨੇ ਕਿਰਪਾ ਕੀਤੀ। ਮਹਾਰਾਜ ਕਹਿਣ ਲੱਗੇ, ਭਾਈ ਗੁਰਦਾਸ ਜੀ ਤੁਸੀਂ ਆਗਰੇ ਦੇ ਵਿੱਚ ਚਲੇ ਜਾਓ, ਉੱਥੇ ਜਾ ਕੇ ਸੰਗਤਾਂ ਨੂੰ ਪ੍ਰੇਰੋ, ਗੁਰੂ ਘਰ ਦੇ ਨਾਲ ਜੋੜੋ। ਦਰਵਾਜ਼ਾ ਬੰਦ ਤੇ ਗੁਰੂ ਘਰ ਦੇ ਨਾਲ ਜੋੜੋ। ਸਮਾਂ ਆਏਗਾ ਤੁਸੀਂ ਬਹੁਤ ਸਾਰੀ ਬਾਣੀ ਜਿਹੜੀ ਹੈ ਉਹ ਰਚਣੀ ਹੈ। ਭਾਈ ਗੁਰਦਾਸ ਜੀ ਨੇ ਫਿਰ ਸਾਧ ਸੰਗਤ ਦੀ ਬੜੀ ਬਾਣੀ ਰਚੀ ਹੈ। ਜਿੱਥੇ ਗੁਰੂ ਘਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਕੀਰਤਨ ਹੁੰਦਾ ਹੈ ਨਾ, ਵਿਚਾਰ ਹੁੰਦੀ ਹੈ, ਉੱਥੇ ਗੁਰੂ ਘਰ ਦੇ ਵਿੱਚ ਭਾਈ ਗੁਰਦਾਸ ਜੀ ਦੀ ਬਾਣੀ ਦਾ ਵੀ ਕੀਰਤਨ ਹੁੰਦਾ ਹੈ ਤੇ ਵਿਚਾਰ ਹੁੰਦੀ ਹੈ।
ਵਾਰਾਂ ਲਿਖੀਆਂ ਨੇ, ਕਵਿਤ ਲਿਖੇ ਹਨ, ਸਵਈਏ ਲਿਖੇ ਹਨ। ਇਹ ਦਾਸ ਸਾਹਿਬ ਜੀ ਦੇ ਚਰਨਾਂ 'ਚ ਬੇਨਤੀ ਕਰੇ, ਸੰਗਤ ਜੀ ਸਾਡੀ ਤਰਾਸਦੀ ਹੈ, ਅਸੀਂ ਭਾਈ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਨਹੀਂ ਕਰਦੇ, ਬਾਣੀ ਨੂੰ ਸੁਣਦੇ ਨਹੀਂ ਹਾਂ। ਭਾਈ ਗੁਰਦਾਸ ਜੀ ਦੀ ਬਾਣੀ ਵਿੱਚ ਬੇਅੰਤੀ ਪ੍ਰਮਾਣ ਹਨ, ਉਦਾਹਰਣਾਂ ਹੀ ਉਦਾਹਰਣਾਂ ਦਿੱਤੀਆਂ ਨੇ ਭਾਈ ਗੁਰਦਾਸ ਜੀ ਨੇ, ਤੇ ਬੜੀ ਸਰਲ ਬਾਣੀ ਹੈ ਭਾਈ ਗੁਰਦਾਸ ਜੀ ਦੀ। ਫਿਰ ਮਹਾਰਾਜ ਗੁਰੂ ਰਾਮਦਾਸ ਜੀ ਦਾ, ਬਾਬਾ ਸ੍ਰੀ ਚੰਦਰ ਜੀ ਦਾ ਪ੍ਰਸੰਗ ਆਪ ਜੀ ਨੇ ਕੱਲ੍ਹ ਸਰਵਣ ਕੀਤਾ। ਜਦੋਂ ਗੁਰੂ ਰਾਮਦਾਸ ਸਾਹਿਬ ਜੀ ਵਾਪਸ ਅੰਮ੍ਰਿਤਸਰ ਸਾਹਿਬ ਆਏ, ਬਾਬਾ ਸ੍ਰੀ ਚੰਦਰ ਜੀ ਗੁਰੂ ਨਾਨਕ ਸਾਹਿਬ ਜੀ ਦੇ ਸਾਹਿਬਜ਼ਾਦੇ, ਵੱਡੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦਰ ਜੀ ਮਹਾਰਾਜ ਗੁਰੂ ਰਾਮਦਾਸ ਜੀ ਦੀ ਪ੍ਰੀਖਿਆ ਲੈਣ ਵਾਸਤੇ ਆਏ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਨਿਮਰਤਾ ਦੀ ਹੱਦ ਕਰ ਦਿੱਤੀ ਜੀ। ਇਹ ਕਥਾ ਤੁਸੀਂ ਕੱਲ੍ਹ ਸੁਣੀ ਹੈ। ਮਹਾਰਾਜ ਜੀ ਨੂੰ ਜਦੋਂ ਪਤਾ ਲੱਗਾ ਨਾ ਗੁਰੂ ਰਾਮਦਾਸ ਜੀ ਨੂੰ ਬਾਬਾ ਸ੍ਰੀ ਚੰਦਰ ਜੀ ਆ ਰਹੇ ਹੈ, ਮਹਾਰਾਜ ਗੁਰੂ ਰਾਮਦਾਸ ਸਾਹਿਬ ਅਗਲਵਾਂਡੀ ਬਾਬਾ ਜੀ ਨੂੰ ਲੈਣ ਵਾਸਤੇ ਗਏ ਹੈ। ਵੇਖੋ, ਭਾਵੇਂ ਪਦਵੀ ਵਿੱਚ ਗੁਰੂ ਰਾਮਦਾਸ ਸਾਹਿਬ ਸਭ ਤੋਂ ਵੱਡੇ ਨੇ, ਪਦਵੀ ਵਿੱਚ ਗੁਰੂ ਰਾਮਦਾਸ ਜੀ ਤੋਂ ਵੱਡਾ ਕੋਈ ਨਹੀਂ ਸੀ ਉਸ ਸਮੇਂ। ਮਹਾਰਾਜ ਆਪ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਮਾਲਕ ਹਨ, ਫਿਰ ਵੀ ਉਮਰ ਵਿੱਚ ਵੀ ਵੱਡੇ ਬਾਬਾ ਸ੍ਰੀ ਚੰਦਰ ਜੀ ਨੂੰ ਜਾਣ ਕੇ ਵੀ ਉਮਰ 'ਚ ਵੱਡੇ ਹੈ, ਤੇ ਮਹਾਰਾਜ ਆਪ ਲੈਣ ਵਾਸਤੇ ਗਏ ਹੈ, ਲਿਆਂਦਾ। ਕਮਾਲ ਦੀ ਗੱਲ ਹੈ, ਮਹਾਰਾਜ ਆਪ ਭਾਵੇਂ ਗੁਰਤਾ ਗੱਦੀ ਦੇ ਮਾਲਕ ਨੇ, ਬਾਬਾ ਸ੍ਰੀ ਚੰਦਰ ਜੀ ਨੂੰ ਉੱਚੀ ਥਾਂ 'ਤੇ ਬਿਠਾਇਆ, ਉੱਚੀ ਜਗ੍ਹਾ ਬਿਠਾ ਕੇ ਬੜੇ ਨਿਮਰਤਾ ਵਾਲੇ ਬੋਲ ਬੋਲੇ ਹੈ। ਤੇ ਬਾਬਾ ਸ੍ਰੀ ਚੰਦਰ ਜੀ ਨੇ ਜਦੋਂ ਪੁੱਛਿਆ ਵੀ ਪੁਰਖਾ ਇਹ ਦਾੜਾ ਕੈਸ ਵਧਾਇਓ, ਤੇ ਮੁੱਖੋਂ ਨਹੀਂ ਕੁਝ ਬੋਲੇ। ਦਾੜਾ ਆਪਣਾ ਹੱਥ 'ਚ ਲੈ ਕੇ, ਇੱਕ ਹੱਥ 'ਚ ਬਾਬਾ ਸ੍ਰੀ ਚੰਦਰ ਜੀ ਦਾ ਚਰਨ ਲੈ ਕੇ, ਧੰਨ ਗੁਰੂ ਰਾਮਦਾਸ ਸਮਰੱਥ ਗੁਰੂ ਆਪ ਮਾਲਕ ਬਾਬਾ ਸ੍ਰੀ ਚੰਦਰ ਜੀ ਦੇ ਚਰਨ ਝਾੜਨ ਲੱਗ ਪਏ ਜੀ। ਕਹਿਣ ਲੱਗੇ, ਫਿਰ ਆਖਿਆ ਜੀ ਇਸ ਕੰਮ ਵਾਸਤੇ ਦਾੜਾ ਵਧਾਇਆ। ਵੇਖੋ, ਗੁਰੂ ਰਾਮਦਾਸ ਜੀ ਦੇ ਜੀਵਨ ਵਿੱਚ ਰੋਮ ਰੋਮ ਵਿੱਚ ਨਿਮਰਤਾ ਵਸਦੀ ਹੈ, ਰੋਮ ਰੋਮ ਵਿੱਚ ਨਿਮਰਤਾ ਵਸਦੀ ਹੈ। ਤੇ ਸਾਧ ਸੰਗਤ ਜੀ, ਮਹਾਰਾਜ ਕਿਰਪਾ ਕਰਨ, ਗੁਰੂ ਜੀ ਦੇ ਸਿੱਖ ਦੇ ਰੋਮ ਰੋਮ ਵਿੱਚ ਵੀ ਨਿਮਰਤਾ ਦਾ ਵਾਸਾ ਹੋ ਜਾਵੇ, ਪਿਆਰ ਦਾ ਵਾਸਾ ਹੋ ਜਾਵੇ। ਜਦੋਂ ਨਿਮਰਤਾ ਦਾ, ਪਿਆਰ ਦਾ ਵਾਸਾ ਹੋ ਗਿਆ, ਸਿੱਖ ਆਪਣੇ ਗੁਰੂ ਜੀ ਦਾ ਬਣ ਗਿਆ, ਤੇ ਫਿਰ ਜੇ ਤੂੰ ਮੇਰਾ ਹੋਏ ਰਹੇ, ਸਭ ਜੱਗ ਤੇਰਾ ਹੋਏ। ਸਾਰਾ ਜੱਗ ਹੀ ਜਿਹੜਾ ਨਾ ਉਹ ਗੁਰੂ ਦੇ ਸਿੱਖ ਦਾ ਸਤਿਕਾਰ ਕਰਨ ਲੱਗ ਪੈਂਦਾ। ਬਾਬਾ ਸ੍ਰੀ ਚੰਦਰ ਜੀ ਇਹ ਨਿਮਰਤਾ ਵੇਖ ਕੇ ਕਹਿਣ ਲੱਗੇ, ਗੁਰੂ ਰਾਮਦਾਸ ਜੀ ਸੱਚੇ ਹੈ, ਤੁਹਾਡੀ ਵਡਿਆਈ ਵਾਸਤੇ ਮੇਰੇ ਕੋਲ ਅੱਖਰ ਨਹੀਂ ਹਨ, ਮੈਂ ਕਿਹੜੀ ਜ਼ੁਬਾਨ ਦੇ ਨਾਲ ਤੁਹਾਡੀ ਵਡਿਆਈ ਕਰਾਂ। ਤੁਹਾਡੇ ਵਿੱਚ ਇੰਨੀ ਜ਼ਿਆਦਾ ਨਿਮਰਤਾ। ਤੇ ਫਿਰ ਆਖਿਆ ਵੀ ਤੁਹਾਡੇ ਸਰੋਵਰ ਵਿੱਚ ਜਿਹੜਾ ਮੱਜਨ ਕਰੇਗਾ, ਇਸ਼ਨਾਨ ਕਰੇਗਾ, ਪਾਪੀ ਦੀ ਵੀ ਗਤੀ ਹੋਏਗੀ। ਸਿੱਖਾਂ ਨੇ ਗੁਰੂ ਰਾਮਦਾਸ ਜੀ ਨੂੰ ਬੇਨਤੀ ਕੀਤੀ ਹੈ, ਵਾਹਿਗੁਰੂ ਮਨ ਵਿੱਚ ਬੇਨਤੀ ਕੀਤੀ, ਗੁਰੂ ਰਾਮਦਾਸ ਸਾਹਿਬ ਕੋਈ ਬਚਨ ਸੁਣਾ ਦੇਣ। ਤੇ ਗੁਰੂ ਰਾਮਦਾਸ ਸਾਹਿਬ ਫਿਰ ਆਪੇ ਸ਼ੁਰੂ ਕਰਤੇ ਬਚਨ ਕਰਨੇ। ਦਰਬਾਰ ਸਾਹਿਬ ਸਰੋਵਰ ਲਾਗੇ ਬੈਠੇ ਆ। ਭਾਈ, ਮਨੁੱਖਾ ਸਰੀਰ ਬਹੁਤ ਕੀਮਤੀ ਹੈ, ਵਾਹਿਗੁਰੂ ਦੇ ਸਿਮਰਨ ਤੋਂ ਬਗੈਰ ਮਨੁੱਖਾ ਸਰੀਰ ਜਿਹੜਾ ਨਾ ਵਿਅਰਥ ਨਾ ਗਵਾਓ। ਬੰਦਾ ਨਰਕ ਸਵਰਗ ਵਿੱਚ ਹੀ ਪਿਆ ਰਹਿੰਦਾ। ਜਿਵੇਂ ਮਹਾਰਾਜ ਨੇ ਪ੍ਰਮਾਣ ਦਿੱਤਾ, ਖੂਹ ਦੀਆਂ ਟਿੰਡਾਂ ਚੱਲਦੀਆਂ ਹੀ ਰਹਿੰਦੀਆਂ ਨੇ, ਇਸੇ ਤਰ੍ਹਾਂ ਫਿਰ ਸਾਧ ਸੰਗਤ ਜੀ ਜਨਮ ਮਰਨ ਵੀ ਬੰਦੇ ਦਾ ਚੱਲਦਾ ਹੀ ਰਹਿੰਦਾ ਹੈ, ਜਨਮ ਮਰਨ ਨਹੀਂ ਰੁਕਦਾ। ਇਹ ਪਰਮੇਸ਼ਰ ਦਾ ਨਾਮ ਹੀ ਹੈ, ਸਿਮਰਨ ਹੀ ਹੈ, ਜਿਹਨੂੰ ਜਪ ਕੇ ਬੰਦੇ ਦਾ ਜਨਮ ਮਰਨ ਜਿਹੜਾ ਹੈ ਉਹ ਕੱਟਿਆ ਜਾ ਸਕਦਾ। ਮਹਾਰਾਜ ਨੇ ਉਪਦੇਸ਼ ਦਿੱਤਾ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠ ਹਰ ਨਾਮ ਧਿਆਵੈ। ਉਦਮ ਕਰੇ ਭਲ ਕੇ ਪ੍ਰਭਾਤੀ, ਇਸਨਾਨ ਕਰੇ ਅੰਮ੍ਰਿਤ ਸਰ ਨਾਵੈ। ਫਿਰ ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲਹਿ ਜਾਵੈ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੈ। ਜਿਸਨੂੰ ਦਇਆਲ ਹੋਵੈ ਮੇਰਾ ਸੁਆਮੀ, ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੈ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ,
ਜੋ ਆਪ ਜਪੈ ਅਵ ਰਹਿ ਨਾਮ ਜਪਾਵੇ। ਸ੍ਰੀ ਗੁਰੂ ਰਾਮਦਾਸ ਸਾਹਿਬ ਕਹਿਣ ਲੱਗੇ, ਪਿਆਰਿਓ ਸਿੱਖੋ, ਮੈਂ ਚਰਨ ਧੂੜ ਮੰਗਦਾ ਉਹਨਾਂ ਪਿਆਰੇ ਸਿੱਖਾਂ ਦੀ ਜਿਹੜੇ ਪਹਿਲਾਂ ਤੇ ਆਪ ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪਦੇ ਹਨ। ਇਹ ਨਹੀਂ ਹੈ ਵੀ ਦੂਜਿਆਂ ਨੂੰ ਉਪਦੇਸ਼ ਦਿੰਦੇ ਹੋਣ ਤੇ ਆਪ ਜਪਦੇ ਹੀ ਨਾ ਹੋਣ। ਅਵਰ ਉਪਦੇਸੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਮਹਾਰਾਜ ਕਹਿਣ ਲੱਗੇ, ਜਿਹੜੇ ਆਪ ਜਪਦੇ ਆ ਫਿਰ ਦੂਸਰਿਆਂ ਨੂੰ ਜਪਾਉਂਦੇ ਆ ਨਾ, ਗੁਰੂ ਰਾਮਦਾਸ ਸਾਹਿਬ ਕਹਿੰਦੇ ਮੈਂ ਵੀ ਉਹਨਾਂ ਦੀ ਚਰਨ ਧੂੜੀ ਚਾਹੁੰਦਾ ਹਾਂ। ਵੇਖੋ ਗੁਰਸਿੱਖਾਂ ਦੀ ਕਿੰਨੀ ਮਹਿਮਾ ਗੁਰੂ ਰਾਮਦਾਸ ਜੀ ਨੇ ਇਸ ਸ਼ਬਦ ਵਿੱਚ ਕੀਤੀ ਹੈ। ਕਿਹੜੇ ਗੁਰਸਿੱਖਾਂ ਦੀ? ਸਾਧ ਸੰਗਤ ਜੀ, ਜਿਹੜੇ ਮਹਾਰਾਜ ਦਾ ਉਪਦੇਸ਼ ਸੁਣਦੇ ਆ, ਕਮਾਉਂਦੇ ਆ, ਆਪ ਨਾਮ ਜਪਦੇ ਆ, ਦੂਜਿਆਂ ਨੂੰ ਵੀ ਨਾਮ ਜਪਣ ਦੀ ਪ੍ਰੇਰਣਾ ਦਿੰਦੇ ਆ। ਮਹਾਰਾਜ ਕਹਿੰਦੇ ਐਸੇ ਗੁਰਸਿੱਖਾਂ ਤੋਂ ਮੈਂ ਕੁਰਬਾਨ ਜਾਨਾ। ਹੁਣ ਇਹਦੇ ਤੋਂ ਅੱਗੇ ਇਤਿਹਾਸ ਸ੍ਰੀ ਗੁਰੂ ਰਾਮਦਾਸ ਜੀ ਦਾ। ਕਵੀ ਸੰਤੋਖ ਸਿੰਘ ਜੀ, ਮਹਾਨ ਚੂੜਾਮਣ ਕਵੀ, ਕਵੀ ਰਾਜ ਕਵੀ ਸੰਤੋਖ ਸਿੰਘ ਜੀ, ਜਿਨ੍ਹਾਂ ਨੂੰ ਮਹਾਰਾਜ ਨੇ ਆਪ ਪ੍ਰਤੱਖ ਦਰਸ਼ਨ ਦੇ ਕੇ ਤੇ ਸਾਧ ਸੰਗਤ ਦੀ ਇਹ ਕਥਾ ਲਿਖਵਾਈ ਹੈ। ਉਹ ਕਵੀ ਸੰਤੋਖ ਸਿੰਘ ਜੀ ਅੱਗੋਂ ਮਹਾਰਾਜ ਦਾ ਇਤਿਹਾਸ ਦੱਸ ਰਹੇ ਹੈ। ਸ੍ਰੀ ਗੁਰੂ ਰਾਮਦਾਸ ਜੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੇ ਸੁਭਾਏਮਾਨ ਹਨ। ਜਿਸ ਅੰਮ੍ਰਿਤਸਰ ਦੀ ਧਰਤੀ ਤੇ ਭਾਗਾਂ ਵਾਲਿਓ ਤੁਸੀਂ ਬੈਠੇ 'ਚ, ਇਸ ਅੰਮ੍ਰਿਤਸਰ ਦੀ ਧਰਤੀ ਤੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਆਸਣ ਲਾਇਆ, ਮਹਾਰਾਜ ਬੈਠੇ ਹੈ। ਅੱਗੋਂ ਹੁਣ ਕਥਾ ਸਰਵਣ ਕਰੋ, ਪਿਆਰ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਸ਼੍ਰੀ ਗੁਰਮੁਖ ਤੇ ਸੁਨ ਉਪਦੇਸ਼। ਜਦੋਂ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਨੇ ਆਪ ਆਪਣੇ ਸ਼੍ਰੀ ਮੁਖ ਤੋਂ ਉਪਦੇਸ਼ ਦਿੱਤਾ, ਗੁਰੂ ਜੀ ਦੇ ਸਿੱਖਾਂ ਨੇ ਮਹਾਰਾਜ ਜੀ ਦੀ ਰਸਨਾ ਤੋਂ ਇਹ ਉਪਦੇਸ਼ ਸੁਣਿਆ। ਧਰਤ ਭਏ ਜਿਨ ਭਾਗ ਵਿਸ਼ੇਸ਼। ਤੇ ਫਿਰ ਜਿਨ੍ਹਾਂ ਦੇ ਭਾਗ ਵੱਡੇ ਸਨ ਨਾ, ਉਹ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ ਲਿਆ ਉਹਨਾਂ ਨੇ। ਸੰਗਤ ਜੀ ਇੱਕ ਗੱਲ ਪੱਕੀ ਯਾਦ ਰੱਖਿਓ, ਉਪਦੇਸ਼ ਸੁਣਨ ਵਾਲੇ ਵੀ ਭਾਗਾਂ ਵਾਲੇ ਹਨ। ਤੁਸੀਂ ਕਥਾ ਸੁਣ ਰਹੇ ਹੋ, ਬਿਨਾਂ ਭਾਗਾਂ ਤੋਂ ਗੁਰੂ ਜੀ ਦੀ ਕਥਾ ਨਹੀਂ ਬੰਦਾ ਸੁਣ ਸਕਦਾ ਜੀ। ਵੇਖੋ ਕਿੰਨੇ ਲੋਕ ਨੇ ਇਸ ਮੁਹੱਲੇ ਇਲਾਕੇ ਵਿੱਚ, ਪਰ ਸਾਰੇ ਨਹੀਂ ਆ ਸਕਦੇ ਜੀ। ਭਾਗ ਹੋਣ ਫਿਰ ਖੇਡ ਬਣਦੀ। ਤੇ ਕਥਾ ਸੁਣਨ ਵਾਲਿਆਂ ਦੇ ਤੇ ਭਾਗ ਵੱਡੇ ਹੁੰਦੇ ਹੀ ਹੈ। ਉਹਨਾਂ ਵਿੱਚੋਂ ਵੀ ਵੱਡੇ ਭਾਗਾਂ ਵਾਲਿਆਂ ਵਿੱਚੋਂ ਵੀ ਵੱਡੇ ਭਾਗ ਉਹਨਾਂ ਦੇ ਹੁੰਦੇ ਆ ਫਿਰ ਜਿਹੜੇ ਉਪਦੇਸ਼ ਮੰਨ ਲੈਂਦੇ ਆ। ਕਹਿੰਦੇ ਜਿਨ੍ਹਾਂ ਦੇ ਵੱਡੇ ਭਾਗ ਨੇ, ਉਹਨਾਂ ਗੁਰੂ ਰਾਮਦਾਸ ਸਾਹਿਬ ਜੀ ਦਾ ਜਿਹੜਾ ਉਪਦੇਸ਼ ਹੈ ਉਹ ਆਪਣੇ ਹਿਰਦੇ ਵਿੱਚ ਵਸਾ ਲਿਆ। ਅੰਮ੍ਰਿਤ ਵੇਲੇ ਉੱਠ ਕੇ ਉਹ ਨਾਮ ਜਪਣ ਲੱਗ ਪਏ। ਸੰਗਤ ਕੇ ਮਨ ਚਾਮੀ ਕਰ ਹੈ। ਸੰਗਤ ਦੇ ਜਿਹੜੇ ਮਨ ਹੈ ਨਾ, ਉਹ ਸੋਨੇ ਵਰਗੇ ਹੈ। ਕਹਿਣ ਲੱਗੇ, ਪ੍ਰਮਾਣ ਦਿੰਦੇ ਕਵੀ ਰਾਜ, ਗੁਰ ਉਪਦੇਸ਼ ਰਤਨ ਸਮਸਰ ਹੈ। ਤੇ ਗੁਰੂ ਸਾਹਿਬ ਦਾ ਜਿਹੜਾ ਉਪਦੇਸ਼ ਹੈ ਉਹ ਕੀ ਹੈ? ਸਾਧ ਸੰਗਤ ਜੀ, ਉਹ ਰਤਨਾਂ ਦੇ ਬਰਾਬਰ ਹੈ। ਸੋਨੇ ਦੇ ਵਿੱਚ ਰਤਨ ਜੜ ਦਿਓ, ਸੋਨਾ ਹੋਰ ਸੋਹਣਾ ਲੱਗਣ ਲੱਗ ਪੈਂਦਾ। ਉਂਝ ਵੀ ਸੋਨਾ ਪਿਆ ਸੋਹਣਾ ਹੀ ਲੱਗਦਾ, ਪਰ ਜਦੋਂ ਉਹਦੇ ਵਿੱਚ ਰਤਨ ਜੜ ਦਿਓ, ਸੋਨਾ ਹੋਰ ਸੋਹਣਾ ਲੱਗਣ ਲੱਗ ਪੈਂਦਾ। ਕਹਿੰਦੇ ਸੰਗਤਾਂ ਦੇ ਹਿਰਦੇ ਤਾਂ ਪਹਿਲਾਂ ਹੀ ਬੜੇ ਵਧੀਆ ਨੇ, ਪਰ ਜਦੋਂ ਹਿਰਦੇ 'ਚ ਮਹਾਰਾਜ ਦਾ ਉਪਦੇਸ਼ ਵਸ ਜਾਂਦਾ ਫਿਰ ਉਹ ਹੋਰ ਸੋਹਣੇ ਲੱਗਣ ਲੱਗ ਪੈਂਦੇ ਆ। ਕਿਵੇਂ? ਨਜ਼ਰ ਮਾਰ ਕੇ ਵੇਖ ਲਓ, ਰੱਬ ਦੇ ਪਿਆਰੇ ਮਹਾਂਪੁਰਖ ਜਿਨ੍ਹਾਂ ਦੇ ਹਿਰਦਿਆਂ 'ਚ ਗੁਰਸਿੱਖਾਂ ਦੇ ਗੁਰੂ ਜੀ ਦਾ ਉਪਦੇਸ਼ ਵਸ ਗਿਆ ਨਾ, ਉਹ ਆਮ ਪ੍ਰੇਮੀਆਂ ਨਾਲੋਂ ਵੀ ਸੋਹਣੇ ਲੱਗਣ ਲੱਗ ਪਏ। ਹਾਂਜੀ। ਅਸ ਭੂਖਨ ਜੁਗ ਲੋਕ ਸੁਹਾਵਤ, ਜਹਾਂ ਕਹਾਂ ਆਦਰ ਕੋ ਪਾਵਤ। ਕਹਿੰਦੇ ਜਿਵੇਂ ਸੋਨੇ ਦੇ ਵਿੱਚ ਰਤਨ ਪਾ ਦਿਓ ਤੇ ਫਿਰ ਗਹਿਣੇ ਬਣਾਓ, ਉਹ ਗਹਿਣੇ ਫੱਬਦੇ ਆ। ਤੇ ਜੇ ਕੋਈ ਇਸਤਰੀ ਪਾਉਂਦੀ ਹੈ ਉਹਦੀ ਸ਼ੋਭਾ ਵੱਧਦੀ ਹੈ। ਇਸੇ ਤਰ੍ਹਾਂ ਸਿੱਖਨ ਕੇ ਉਰ ਸਰ ਸਮਸਰ ਹੈ, ਗੁਰੂ ਉਪਦੇਸ਼ ਬਿਮਲ ਜਲ ਭਲ ਹੈ। ਕਹਿਣ ਲੱਗੇ ਜਿਹੜੇ ਗੁਰੂ ਦੇ ਸਿੱਖਾਂ ਦੇ ਹਿਰਦੇ ਆ ਨਾ, ਇਹ ਵੀ
ਕਹਿਣ ਲੱਗੇ ਇਸੇ ਤਰ੍ਹਾਂ ਦੇ ਨੇ। ਜਿਸ ਸਿੱਖ ਦੇ ਹਿਰਦੇ ਵਿੱਚ ਗੁਰੂ ਦਾ ਉਪਦੇਸ਼ ਵਸ ਗਿਆ ਨਾ, ਉਹ ਗੁਰੂ ਦਾ ਸਿੱਖ ਲੋਕ ਪਰਲੋਕ ਵਿੱਚ ਸ਼ੋਭਾ ਪਾਉਂਦਾ ਹੈ ਜੀ। ਤੁਸੀਂ ਇਤਿਹਾਸ 'ਚ ਨਜ਼ਰ ਮਾਰ ਲਓ, ਜਿਨ੍ਹਾਂ ਨੇ ਮੇਰੇ ਗੁਰੂ ਜੀ ਦਾ ਕਿਹਾ ਮੰਨ ਲਿਆ, ਲੱਗ ਪਏ ਜੀ ਡਟ ਕੇ ਨਾਮ ਜਪਣ ਵਾਸਤੇ। ਪਿਆਰਿਓ, ਲੋਕ ਪਰਲੋਕ ਵਿੱਚ ਉਹ ਜਾਣੇ ਜਾਂਦੇ ਜੀ। ਹਾਂਜੀ। ਤਿਸ ਅਨੁਸਾਰ ਕ੍ਰਿਤ ਜੋ ਕਰਨੀ, ਅਰਵਿੰਦਨ ਕੀ ਬਨੀ ਸੋ ਬਰਨੀ। ਬਸ ਫਿਰ ਬੜੇ ਪ੍ਰਮਾਣ ਦਿੰਦੇ ਆ ਕਵੀ ਸੰਤੋਖ ਸਿੰਘ ਜੀ, ਸਾਧ ਸੰਗਤ ਜੀ। ਪਾਰਸ ਦਾ ਵੀ ਪ੍ਰਮਾਣ ਦਿੰਦੇ ਆ। ਕਹਿੰਦੇ ਆ ਜਿਵੇਂ ਪਾਰਸ ਦੇ ਨਾਲ ਲੋਹਾ ਸੋਨਾ ਬਣ ਜਾਂਦਾ, ਤੇ ਬੰਦਾ ਲੋਹੇ ਦੀ ਤਰ੍ਹਾਂ ਮੇਰੇ ਗੁਰੂ ਸਾਹਿਬ ਦਾ ਉਪਦੇਸ਼ ਵਾਹਿਗੁਰੂ ਗੁਰਮੰਤਰ ਪਾਰਸ ਵਰਗਾ ਹੈ, ਜਿਹਦੇ ਵਿੱਚ ਸਾਧ ਸੰਗਤ ਜੀ ਵਾਹਿਗੁਰੂ ਮੰਤਰ ਦਾ ਵਾਸਾ ਹੋਣ ਲੱਗ ਪਵੇ, ਉਹਦੀ ਮੈਲ ਚਲੇ ਜਾਂਦੀ ਹੈ, ਖੋਟਾਪਨ ਦੂਰ ਹੋ ਜਾਂਦਾ ਹੈ, ਸ਼ੁੱਧ ਸੋਨੇ ਵਰਗਾ ਹੋ ਜਾਂਦਾ ਹੈ। ਸੋ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ। ਕਈਆਂ ਨੂੰ ਰਿੱਧੀਆਂ ਸਿੱਧੀਆਂ ਪ੍ਰਾਪਤ ਹੋਈਆਂ, ਕਈਆਂ ਨੂੰ ਨਾਮ ਦੀਆਂ ਦਾਤਾਂ ਮਿਲੀਆਂ, ਕਈਆਂ ਦਾ ਮਹਾਰਾਜ ਦੇ ਦਰਸ਼ਨ ਕਰਕੇ ਨਾ ਪਰਮੇਸ਼ਰ ਦੇ ਸਿਮਰਨ ਨਾਲ ਪਿਆਰ ਪੈਦਾ ਹੋ ਗਿਆ, ਉਹਨਾਂ ਦਾ ਨਾਮ ਜਪਣ ਨੂੰ ਜੀ ਕਰਨ ਲੱਗ ਪਿਆ। ਕਈ ਬੜੇ ਭਾਗਾਂ ਵਾਲੇ ਆ ਕੇ ਜਿਹੜੇ ਦਰਸ਼ਨ ਕਰਦੇ ਆ, ਉਹ ਜਦੋਂ ਮਹਾਰਾਜ ਦਾ ਉਹਨਾਂ ਨੇ ਦਰਸ਼ਨ ਕਰ ਲਏ ਨਾ, ਉਹਨਾਂ ਦੇ ਮਨ 'ਚ ਇਹ ਹੋਇਆ ਵੀ ਅੱਜ ਤੋਂ ਬਾਅਦ ਮਾੜਾ ਕੰਮ ਨਹੀਂ ਕਰਨਾ ਕੋਈ। ਇਹ ਵੀ ਸਤਿਪੁਰਸ਼ਾਂ ਦੇ ਦਰਸ਼ਨਾਂ ਦਾ ਪ੍ਰਤਾਪ ਹੁੰਦਾ ਜੀ। ਵਿਸ਼ੇ ਵੈਰਾਗ ਕਿਨਹੂ ਕੋ ਹੋਵਾ, ਕਿਨਹੂ ਸੁਖ ਨਿਜ ਅੰਤਰ ਜੋਵਾ। ਵਿਸ਼ੇ ਵਿਕਾਰਾਂ ਤੋਂ ਕਈ ਸਾਧ ਸੰਗਤ ਜੀ ਨਿਰਲੇਪ ਹੋ ਗਏ ਜੀ। ਮਹਾਰਾਜ ਦੇ ਦਰਸ਼ਨ ਹੀ ਇਹੋ ਜਿਹੇ ਆ। ਸ੍ਰੀ ਗੁਰੂ ਰਾਮਦਾਸ ਸਾਹਿਬ ਤਖਤ ਤੇ ਬੈਠੇ, ਪ੍ਰੇਮੀ ਆ ਕੇ ਜਦੋਂ ਮਹਾਰਾਜ ਦੇ ਦਰਸ਼ਨ ਕਰਦੇ ਆ, ਉਹ ਕਹਿੰਦੇ ਅੱਜ ਤੋਂ ਬਾਅਦ ਕਾਮ ਛੱਡਿਆ, ਅੱਜ ਤੋਂ ਬਾਅਦ ਕ੍ਰੋਧ ਛੱਡਿਆ, ਅੱਜ ਤੋਂ ਬਾਅਦ ਹੰਕਾਰ ਛੱਡਿਆ, ਅੱਜ ਤੋਂ ਬਾਅਦ ਬਸ ਵਾਹਿਗੁਰੂ ਦਾ ਨਾਮ ਹੀ ਜਪਣਾ। ਹੁਣ ਵੀ ਗੁਰੂ ਰਾਮਦਾਸ ਜੀ ਦਾ ਦਰ ਐਸਾ ਹੈ, ਜਦੋਂ ਪ੍ਰੇਮੀ ਮਨੋ ਤਨੋ ਹੋ ਕੇ ਉੱਥੇ ਜਾਂਦੇ ਆ ਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਕੋੜ ਜਿਹੜੇ ਆ ਉਹ ਲੱਥ ਜਾਂਦੇ ਆ। ਕਈ ਕੋੜ ਬੰਦੇ ਨੂੰ ਲੱਗੇ ਆ ਬੜੇ ਬੜੇ ਭੈੜੇ, ਬੰਦਾ ਛੱਡਣਾ ਚਾਹੁੰਦਾ, ਛੱਡ ਨਹੀਂ ਸਕਦਾ। ਇੱਕ ਗੁਰਮੁਖਾਂ ਨੇ ਮੈਨੂੰ ਬਚਨ ਸੁਣਾਇਆ, ਕਹਿੰਦੇ ਮੈਂ ਸ਼ਰਾਬ ਪੀਂਦਾ ਸਾਂ ਤੇ ਮੈਂ ਛੱਡਣਾ ਚਾਹੁੰਦਾ ਸਾਂ, ਵੀ ਮੈਂ ਛੱਡ ਦਿਆਂ। ਚਾਹੁੰਦੇ ਸਾਰੇ ਹੀ ਹੁੰਦੇ, ਕਈਆਂ ਦੀ ਫਿਰ ਮਹਾਰਾਜ ਸੁਣ ਲੈਂਦੇ। ਕਹਿੰਦੇ ਬੇਰ ਬਾਬਾ ਬੁੱਢਾ ਸਾਹਿਬ ਦੇ ਹੇਠਾਂ ਖਲੋ ਕੇ ਨਾ ਮੈਂ ਗੁਰੂ ਰਾਮਦਾਸ ਜੀ ਦੇ ਦਰ ਵੱਲ ਮੁੱਖ ਕੀਤਾ, ਹੱਥ ਜੋੜ ਕੇ ਆਖਿਆ, ਮਹਾਰਾਜ ਜਿੱਥੇ ਆਪਣੇ ਘਰ ਲੈ ਕੇ ਆਏ ਹੋ, ਮਹਾਰਾਜ ਸ਼ਰਾਬ ਦਾ ਕੋੜ ਵੀ ਲਾ ਦਿਓ। ਕਹਿੰਦੇ ਬਸ ਐਸੀ ਮਹਾਰਾਜ ਨੇ ਕਿਰਪਾ ਕੀਤੀ, ਪੀਣ ਦਾ ਜੀ ਨਹੀਂ ਕੀਤਾ। ਗੱਜ ਕੇ ਆਖੋ ਵਾਹਿਗੁਰੂ। ਨਹੀਂ ਤੇ ਤੁਸੀਂ ਵੇਖ ਲਓ ਵੀ ਬੰਦਾ ਦਵਾਈਆਂ ਖਾਂਦਾ, ਸੈਂਟਰਾਂ 'ਚ ਜਾਂਦਾ, ਕੰਟਰੋਲ ਕਰਦਾ, ਫਿਰ ਵੀ ਕਈ ਵਾਰੀ ਨਹੀਂ ਛੁੱਟਦੀ ਕਈਆਂ ਕੋਲੋਂ। ਕਹਿੰਦੇ ਗੁਰੂ ਰਾਮਦਾਸ ਜੀ ਨੇ ਇੰਨੀ ਕਿਰਪਾ ਕੀਤੀ, ਐਸੀ ਅਰਦਾਸ ਸੁਣੀ, ਪੀਣ ਦਾ ਜੀ ਨਹੀਂ ਕੀਤਾ। ਫਿਰ ਅੰਮ੍ਰਿਤ ਛਕ ਲਿਆ, ਨਾਮ ਜਪਣ ਲੱਗ ਪਏ। ਤੇ ਅੱਜ ਉਹਨਾਂ ਦੇ ਵੀ ਦਰਸ਼ਨ ਕਰੀਏ ਤੇ ਹੱਥ ਹੀ ਜੁੜਦੇ ਆ ਜੀ। ਸੋ ਵਿਸ਼ੇ ਵਿਕਾਰਾਂ ਤੋਂ ਵੈਰਾਗ ਕਈਆਂ ਨੂੰ ਮਿਲ ਗਿਆ ਮਹਾਰਾਜ ਦੇ ਦਰਸ਼ਨ ਕਰਕੇ। ਇੱਕ ਦਿਨ ਬੈਠੇ ਸਤਿਗੁਰ ਸਭਾ, ਜਨ ਮਨ ਗਨ ਸੋ ਸ਼ਿਵ ਕੀ ਪ੍ਰਭਾ। ਇੱਕ ਦਿਨ ਧੰਨ ਗੁਰੂ ਰਾਮਦਾਸ ਸਾਹਿਬ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਆਪਣੀ ਸਭਾ ਦੇ ਵਿੱਚ ਬੈਠੇ ਆ। ਗੁਰੂ ਰਾਮਦਾਸ ਜੀ ਬੜੇ ਫੱਬ ਰਹੇ ਆ। ਹਾਂਜੀ। ਲਵਪੁਰ ਬਿਖੈ ਨਾਮ ਸੰਹਾਰੀ, ਕੁਲ ਸੋਢੀ ਸ਼ੁਭ ਕਰਤ ਆਚਾਰੀ। ਜਿੱਥੇ ਬੜੇ ਲੋਕ ਆ ਕੇ ਮਹਾਰਾਜ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਦੇ ਆ, ਉੱਥੇ ਲਾਹੌਰ ਤੋਂ ਇੱਕ ਮਹਾਰਾਜ ਦਾ ਪ੍ਰੇਮੀ ਦਰਸ਼ਨ ਕਰਨ ਵਾਸਤੇ ਆਇਆ ਜੀ। ਉਹਦਾ ਨਾਮ ਕੀ ਹੈ? ਭਾਈ ਸੰਹਾਰੀ ਮੱਲ ਜੀ। ਹਾਂਜੀ। ਰਾਮਦਾਸ ਸਤਿਗੁਰ ਕੋ ਤਾਇਆ। ਹਾਂ, ਗੁਰੂ ਰਾਮਦਾਸ ਸਾਹਿਬ ਜੀ ਦੇ ਜਿਹੜੇ ਤਾਇਆ ਜੀ ਸਨ ਨਾ ਜੀ, ਬਾਬਾ ਹਰਦਾਸ ਜੀ ਦੇ ਵੱਡੇ ਭਰਾ, ਮਹਾਰਾਜ ਦੇ ਤਾਇਆ ਜੀ। ਹਾਂਜੀ। ਤਿਸ ਕੋ ਸੁਤ ਗਨ ਸਹਿਤ ਸੁਹਾਇਆ। ਤਿਸ ਕੋ ਸੁਤ ਗੁਣ ਸਹਿਤ ਸੁਹਾਇਆ। ਇਹ ਉਹਨਾਂ ਦੇ ਪੁੱਤਰ ਨੇ ਜੀ, ਸੰਹਾਰੀ ਮੱਲ ਜੀ। ਮਹਾਰਾਜ ਦੇ ਤਾਏ ਦੇ ਪੁੱਤ ਕੀ ਲੱਗੇ ਜੀ? ਭਰਾ ਲੱਗ ਗਏ। ਗੱਜ ਕੇ ਆਖੋ ਵਾਹਿਗੁਰੂ। ਪਰ ਕਵੀ ਸੰਤੋਖ ਸਿੰਘ ਜੀ ਕਹਿੰਦੇ ਜਿੱਥੇ ਭਰਾ ਹੈ ਨਾ,
ਗੁਣ ਸਹਿਤ ਸੁਹਾਇਆ। ਬਾਬਾ ਸੰਹਾਰੀ ਮੱਲ ਚ ਗੁਣ ਬੜੇ ਬੜੇ ਚੰਗੇ ਨੇ ਜੀ। ਕਈ ਬੰਦੇ ਬੜੇ ਗੁਣੀ ਹੁੰਦੇ ਆ, ਬੜੀ ਨਿਮਰਤਾ ਵਾਲੇ ਹੁੰਦੇ ਆ, ਬੜੇ ਵਧੀਆ ਬੋਲ ਚਾਲ ਹੁੰਦਾ ਹੈ ਉਹਨਾਂ ਦਾ। ਬਾਬਾ ਸੰਹਾਰੀ ਮੱਲ ਜੀ ਬੜੇ ਵਧੀਆ ਨੇ, ਬੜੇ ਗੁਣਾਂ ਵਾਲੇ ਨੇ। ਹਾਂਜੀ, ਸਕਟ ਅਰੂੜ ਹੋਏ ਕਰ ਆਇਓ। ਤੇ ਗੱਡੇ ਤੇ ਚੜ ਕੇ ਬਾਬਾ ਸੰਹਾਰੀ ਮੱਲ ਜੀ ਸਾਧ ਸੰਗਤ ਜੀ ਅੰਮ੍ਰਿਤਸਰ ਸਾਹਿਬ ਆਏ ਜੀ। ਚਤੁਰਦਾਸ ਆਪਣੇ ਸੰਗ ਲਿਆਇਓ। ਤੇ ਸਿਆਣਾ ਸੇਵਕ ਵੀ ਉਹਨਾਂ ਦਾ ਨਾਲ ਆਇਆ ਜੀ। ਇੱਕ ਜੀ ਆਪ ਆਏ, ਨਾਲ ਸੇਵਕ ਆਇਆ ਜੀ। ਗੋਇੰਦਵਾਲ ਸੋ ਉਤਰਿਓ ਆਈ, ਗਇਓ ਗੁਰੂ ਢਿਗਲੇ ਮਠਿਆਈ। ਤੇ ਪਹਿਲਾਂ ਉਹ ਗੋਇੰਦਵਾਲ ਸਾਹਿਬ ਗਿਆ ਤੇ ਪਤਾ ਲੱਗਾ ਵੀ ਮਹਾਰਾਜ ਅੰਮ੍ਰਿਤਸਰ ਸਾਹਿਬ ਨੇ। ਫਿਰ ਉਹ ਅੰਮ੍ਰਿਤਸਰ ਸਾਹਿਬ ਆਇਆ। ਗੱਜ ਕੇ ਆਖੋ ਵਾਹਿਗੁਰੂ। ਤੇ ਮਹਾਰਾਜ ਵਾਸਤੇ ਮਠਿਆਈ ਲੈ ਕੇ ਆਇਆ ਜੀ, ਗੁਰੂ ਰਾਮਦਾਸ ਜੀ ਵਾਸਤੇ। ਹਾਥ ਜੋਰ ਬੰਦਨ ਚਹ ਕਰਿਓ, ਰਾਮਦਾਸ ਸਤਿਗੁਰੂ ਨੇ ਹਰਿਓ। ਤੇ ਉਹਨੇ ਨਾ ਜੀ ਮਹਾਰਾਜ ਦੇ ਤਾਏ ਦੇ ਪੁੱਤ ਨੇ, ਉਮਰ 'ਚ ਵੱਡੇ ਸਨ ਜੀ। ਗੁਰੂ ਰਾਮਦਾਸ ਜੀ ਦੇ ਦਰਸ਼ਨ ਕੀਤੇ ਸਤਿਗੁਰੂ ਜੀ ਦੇ। ਤੇ ਮਹਾਰਾਜ ਦੇ ਵੱਡੇ ਭਰਾ ਨੇ ਹੱਥ ਜੋੜ ਕੇ ਮਹਾਰਾਜ ਨੂੰ ਮੱਥਾ ਟੇਕਿਆ ਜੀ। ਹਾਂਜੀ, ਤੇ ਗੁਰੂ ਰਾਮਦਾਸ ਜੀ ਦੇ ਸੋਹਣੇ ਦਰਸ਼ਨ ਕੀਤੇ ਜੀ ਉਹਨਾਂ। ਹਾਂਜੀ, ਇੱਕ ਤਾਂ ਲਖਿਓ ਵੱਡੋ ਇਹ ਭਰਾਤਾ, ਕਰਮ ਕਰਤ ਸ਼ੁਭ ਦੁਤੀਏ ਜਾਤਾ। ਮਹਾਰਾਜ ਨੇ ਵੇਖਿਆ ਵੀ ਇਹ ਤੇ ਸਾਡੇ ਤਾਇਆ ਜੀ ਦੇ ਪੁੱਤਰ ਸੰਹਾਰੀ ਮੱਲ ਨੇ, ਸਾਡੇ ਭਰਾ ਨੇ। ਇੱਕ ਤੇ ਗੁਰੂ ਰਾਮਦਾਸ ਜੀ ਦੇ ਉਹ ਵੱਡੇ ਭਰਾ ਜੀ। ਹਾਂਜੀ, ਜਿੱਥੇ ਵੱਡੇ ਭਰਾ ਨੇ ਉੱਥੇ ਸੁਭਾਅ ਵੀ ਬੜਾ ਵਧੀਆ ਉਹਨਾਂ ਦਾ ਜੀ। ਬੜਾ ਵਧੀਆ ਸੁਭਾਅ, ਬੜੇ ਸ਼ੁਭ ਕੰਮ ਕਰਦੇ ਆ। ਹਾਂਜੀ, ਤ੍ਰਿਤੀਏ ਤਾਏ ਕੋ ਸੁਤ ਆਹੇ। ਫਿਰ ਤੀਜਾ ਤਾਏ ਦਾ ਪੁੱਤਰ ਹੈ ਜੀ। ਹਾਂਜੀ, ਹਮ ਟਿਗ ਆਇਓ ਚਾਹਾ ਉਮਾਹੇ। ਤੇ ਚੌਥਾ ਉਹ ਸਾਡੇ ਕੋਲ ਬੜੇ ਚਾਅ ਨਾਲ ਆਏ। ਗੋਣੀ ਨੇ ਨਾ ਸਾਰੇ। ਹਾਂਜੀ, ਜਾਂ ਤੇ ਤਹਿ ਕੇ ਕਰ ਨਿਰਵਾਰੇ, ਆਪ ਚਰਨ ਪਰ ਬੰਧਨ ਧਾਰੇ। ਵਾਹ ਜੀ ਵਾਹ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਧੰਨ ਗੁਰੂ ਰਾਮਦਾਸ, ਕਿੰਨੀ ਨਿਮਰਤਾ ਵਾਲੇ ਸਾਧ ਸੰਗਤ। ਮਹਾਰਾਜ ਦੀ ਨਿਮਰਤਾ ਦਾ ਅੰਤ ਹੀ ਕੋਈ ਨਹੀਂ। ਵੱਡੇ ਭਰਾ ਨੇ ਮਹਾਰਾਜ ਦੇ, ਮਹਾਰਾਜ ਆਪ ਗੁਰੂ ਨੇ, ਪਰ ਮਹਾਰਾਜ ਨੇ ਵੇਖਿਆ ਸਾਡੇ ਵੱਡੇ ਭਰਾ ਨੇ। ਗੁਰੂ ਰਾਮਦਾਸ ਜੀ ਨੇ ਵੱਡਾ ਭਰਾ ਜਾਣ ਕੇ ਆਪ ਉਹਨਾਂ ਦੇ ਪੈਰੀਂ ਹੱਥ ਲਾਇਆ ਜੀ। ਗੱਜ ਕੇ ਆਖੋ ਵਾਹਿਗੁਰੂ। ਇੱਥੇ ਛੋਟੀ ਜਿਹੀ ਪਦਵੀ ਮਿਲ ਜੇ ਤੇ ਬੰਦਾ ਵੱਡੇ ਭਰਾ ਅੱਗੇ ਵੀ ਅਫਸਰ ਬਣ ਕੇ ਬਹਿੰਦਾ ਜੀ। ਹਾਂਜੀ, ਛੋਟੀ ਜਿਹੀ ਪਦਵੀ ਮਿਲ ਜੇ ਜੀ। ਤੇ ਗੁਰੂ ਰਾਮਦਾਸ ਜੀ ਗੁਰੂ ਨੇ, ਤੇ ਜਿੱਥੇ ਵੱਡੇ ਭਰਾ ਦੀ ਗੱਲ ਆਈ ਉੱਥੇ ਚਰਨੀ ਹੱਥ ਲਾਇਆ ਜੀ। ਹਾਂਜੀ, ਆ ਵੇਖ ਲਓ ਤੁਹਾਡੇ ਘਰਾਂ 'ਚ ਵੀ ਆਪਾਂ ਆਪ ਵੀ ਤੇ ਇੱਕ ਦੂਜੇ ਦੇ ਵੱਡੇ ਭਰਾ, ਕਿਸੇ ਦੇ ਛੋਟੇ ਹੈਗੇ ਜੀ। ਕਿੰਨਾ ਕੁ ਵੱਡੇ ਭਰਾ ਦੇ ਚਰਨੀ ਹੱਥ ਲਾਇਆ ਕਦੀ ਕਿਸੇ ਨੇ ਜੀ? ਕੋਈ ਨਹੀਂ ਲਾਉਂਦਾ ਜੀ। ਇਹ ਮਹਾਰਾਜ ਸਾਨੂੰ ਕਰਕੇ ਵਿਖਾ ਰਹੇ ਹੈ ਵੀ ਜੇ ਵੱਡਾ ਆਵੇ ਤੇ ਵੱਡੇ ਦਾ ਸਤਿਕਾਰ ਕਿਵੇਂ ਕਰਨਾ ਜੀ। ਹਾਂਜੀ, ਇਮ ਬਿਲੋਕ ਕੈ ਨਮਰ ਅਗਾਰੀ, ਬਿਸਮੈ ਹੋਏ ਕਹਿਤ ਸੰਹਾਰੀ। ਗੁਰੂ ਸਾਹਿਬ ਦੀ ਇੰਨੀ ਨਿਮਰਤਾ ਜਦੋਂ ਵੇਖੀ, ਸੰਹਾਰੀ ਮੱਲ ਜੀ ਹੈਰਾਨ ਹੀ ਹੋ ਗਏ ਜੀ। ਹੈਰਾਨ ਹੋ ਗਏ, ਇੰਨੀ ਨਿਮਰਤਾ ਮਹਾਰਾਜ ਦੀ। ਹਾਂਜੀ, ਅਸਮੰਜਸ ਨਹਿ ਕਰੋ ਗੁਸਾਈ। ਤੇ ਫਿਰ ਹੱਥ ਜੋੜ ਕੇ ਨਾ ਸੰਹਾਰੀ ਮੱਲ ਗੁਰੂ ਰਾਮਦਾਸ ਜੀ ਨੂੰ ਕਹਿਣ ਲੱਗੇ, ਮਾਲਕ ਸੱਚੇ ਪਾਤਸ਼ਾਹ ਰੱਬ ਜੀ, ਮਹਾਰਾਜ ਆਪ ਜੀ ਐਸਾ ਉਲਟ ਕੰਮ ਨਾ ਕਰੋ। ਹਾਂਜੀ, ਅਬ ਤੁਮਕੋ ਹਮ ਲਖ ਹੈ ਨਾ ਭਾਈ। ਮਹਾਰਾਜ ਹੁਣ ਮੈਂ ਤੁਹਾਨੂੰ ਭਰਾ ਨਹੀਂ ਮੰਨਦਾ, ਤੁਹਾਨੂੰ ਮੈਂ ਭਰਾ ਨਹੀਂ ਮੰਨਦਾ ਹੁਣ ਆਪਣਾ। ਹਾਂਜੀ, ਸਤਿਗੁਰ ਅਮਰਦਾਸ ਕਰ ਸੰਗ, ਜਗ ਗੁਰ ਮਨ ਪਦ ਲਹਿਓ ਉਤੰਗ। ਆਪ ਨੇ ਗੁਰੂ ਅਮਰਦਾਸ ਜੀ ਦੀ ਸੰਗਤ ਕਰਕੇ ਉੱਚ ਪਦਵੀ ਗੁਰਤਾ ਗੱਦੀ ਪ੍ਰਾਪਤ ਕੀਤੀ ਹੈ। ਮਹਾਰਾਜ ਹੁਣ ਮੈਂ ਤੁਹਾਨੂੰ ਛੋਟਾ ਭਰਾ ਨਹੀਂ ਮੰਨਦਾ ਆਪਣਾ। ਹਾਂਜੀ, ਮਾਨਨੀਏ ਭੇ ਨਰਨ ਹਜ਼ਾਰਨ। ਹਜ਼ਾਰਾਂ ਲੋਕਾਂ ਦੇ ਤੁਸੀਂ ਸਤਿਕਾਰਯੋਗ ਹੋ। ਹਜ਼ਾਰਾਂ ਲੋਕ ਤੁਹਾਡੇ ਚਰਨਾਂ 'ਚ ਝੁਕਦੇ ਆ, ਮੱਥਾ ਟੇਕਦੇ ਆ ਤੁਹਾਨੂੰ। ਸਰਬ ਸ਼ਕਤ ਯੁਤ ਕਰਤ ਉਧਾਰਨ। ਸਾਰੀਆਂ ਸ਼ਕਤੀਆਂ ਤੁਹਾਡੇ ਕੋਲ ਨੇ, ਤੇ ਜਿੱਥੇ ਹਜ਼ਾਰਾਂ ਲੋਕ ਤੁਹਾਨੂੰ ਮੰਨਦੇ ਆ,
ਉੱਥੇ ਹਜ਼ਾਰਾਂ ਲੋਕਾਂ ਦਾ ਤੁਸੀਂ ਉਧਾਰ ਵੀ ਕਰਦੇ ਹੋ। ਵੇਖ ਲਓ, ਮਹਾਰਾਜ ਆਪਣੇ ਵੱਡੇ ਭਰਾ ਦਾ ਸਤਿਕਾਰ ਕਰਨ ਦੇ, ਪਰ ਵੱਡਾ ਭਰਾ ਹੁਣ ਕਹਿ ਰਿਹਾ ਮਹਾਰਾਜ ਹੁਣ ਤੁਸੀਂ ਛੋਟੇ ਭਰਾ ਨਹੀਂ ਰਹੇ, ਹੁਣ ਤੁਸੀਂ ਗੁਰੂ ਬਣ ਗਏ ਹੋ ਮਹਾਰਾਜ, ਹੁਣ ਤੁਸੀਂ ਮੇਰੇ ਵੀ ਪੂਜਨੀਕ ਹੋ, ਮੈਂ ਤੁਹਾਨੂੰ ਛੋਟਾ ਭਰਾ ਨਹੀਂ ਮੰਨਦਾ, ਮੈਂ ਤੁਹਾਨੂੰ ਆਪਣਾ ਗੁਰੂ ਮੰਨਦਾ ਹਾਂ। ਕਿਤੇ ਵੇਖਿਆ ਜੀ ਇਹੋ ਜਿਹਾ ਪਿਆਰ ਜੀ? ਬੜਾ ਦੁਰਲੱਭ ਹੈਗਾ ਜੀ। ਨਾ ਤੇ ਵੱਡੇ ਭਰਾ ਦਾ ਇਹੋ ਜਿਹਾ ਪਿਆਰ ਵੇਖਣ ਨੂੰ ਮਿਲਣਾ, ਤੇ ਨਾ ਗੁਰੂ ਰਾਮਦਾਸ ਜੀ ਦੀ ਨਿਮਰਤਾ ਹੀ ਵੇਖਣ ਨੂੰ ਮਿਲਣੀ ਜੀ। ਹਾਂਜੀ। ਹਮ ਸੰਸਾਰੀ ਭਚੀ ਕੁਟੰਬ। ਕਹਿਣ ਲੱਗੇ ਮਹਾਰਾਜ ਅਸੀਂ ਸੰਸਾਰੀ ਬੰਦੇ, ਗ੍ਰਸਤੀ ਬੰਦੇ, ਆਪਣੇ ਕੁਟੰਬ ਵਿੱਚ ਫਸੇ, ਪਰਿਵਾਰ ਵਿੱਚ ਫਸੇ ਹੋਏ ਆ। ਕਬ ਹੋ ਨਾ ਲੈ ਹਰ ਨਾਮ ਅਲੰਬ। ਮਹਾਰਾਜ ਅਸੀਂ ਕਿੱਥੋਂ ਰੱਬ ਰੱਬ ਕਰਦੇ ਆ? ਗੱਜ ਕੇ ਆਖੋ ਵਾਹਿਗੁਰੂ। ਅਸੀਂ ਨਾਮ ਨਹੀਂ ਜਪਦੇ ਸੱਚੇ ਪਾਤਸ਼ਾਹ। ਮਹਾਰਾਜ ਆਪ ਕਿੱਥੇ, ਆਪ ਰੱਬ ਪਰਮੇਸ਼ਰ, ਤੇ ਅਸੀਂ ਆਮ ਜੇ ਸੰਸਾਰੀ ਬੰਦੇ। ਹਾਂਜੀ। ਪੁੰਨ ਸ਼੍ਰੀ ਰਾਮਦਾਸ ਜੀ ਕਹੈ। ਤੇ ਮਹਾਰਾਜ ਅੱਗੋਂ ਗੁਰੂ ਰਾਮਦਾਸ ਸਾਹਿਬ ਆਪਣੇ ਵੱਡੇ ਭਰਾ ਨੂੰ ਕਹਿ ਰਹੇ ਜੀ, ਬੜੇ ਭਰਾਤ ਕੋ ਪਦ ਤੁਮ ਆਹੈ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਠੀਕ ਹੈ, ਪਰ ਤੁਸੀਂ ਸਾਡੇ ਵੱਡੇ ਭਰਾ ਹੋ, ਤੁਸੀਂ ਸਾਡੇ ਵੱਡੇ ਭਰਾ ਹੋ। ਕਹਿਣ ਲੱਗੇ ਵੱਡੇ ਭਰਾ ਦੀ ਪਦਵੀ ਤੇ ਜੇ ਤੁਸੀਂ ਸਾਡੇ। ਹਾਂਜੀ। ਅਰ ਪਿਤ ਵੱਡੇ ਭਰਾਤ ਕੋ ਨੰਦਨ। ਉਤੋਂ ਸਾਡੇ ਪਿਤਾ ਦੇ ਵੱਡੇ ਭਰਾ ਦੇ ਤੁਸੀਂ ਪੁੱਤਰ ਹੋ। ਕਹਿਣ ਲੱਗੇ ਹਾਂਜੀ। ਯਾਤੇ ਉਚਿਤ ਹਮ ਓ ਕੋ ਬੰਧਨ। ਇਸ ਕਰਕੇ ਗੁਰੂ ਰਾਮਦਾਸ ਜੀ ਕਹਿੰਦੇ ਸਾਨੂੰ ਹੀ ਝੁਕਣਾ ਚਾਹੀਦਾ ਤੁਹਾਡੇ ਅੱਗੇ। ਗੱਜ ਕੇ ਆਖੋ ਵਾਹਿਗੁਰੂ। ਗੱਜ ਕੇ ਵਾਹਿਗੁਰੂ। ਹੁਣ ਬੱਚੇ ਆਉਣ ਇਹੋ ਜਿਹੀ ਕਥਾ ਸੁਣਨ, ਉਹਨਾਂ ਨੂੰ ਅਕਲ ਆਵੇ ਜੀ, ਸਮਤ ਮਿਲੇ ਕਿਵੇਂ ਵੱਡੇ ਦਾ ਸਤਿਕਾਰ ਕਰਨਾ ਜੀ। ਹਾਂਜੀ। ਇਮ ਦੋਏ ਦਿਸ਼ਤੇ ਕਹਤੇ ਸਮੋ। ਇਸ ਤਰੀਕੇ ਨਾਲ ਦੋਹੀਂ ਪਾਸਿਓਂ ਗੱਲਾਂ ਹੋ ਰਹੀਆਂ ਜੀ। ਮਹਾਰਾਜ ਬਾਬਾ ਸੰਘਾਰੀ ਮੱਲ ਜੀ ਨੂੰ ਕਹਿ ਰਹੇ ਤੁਸੀਂ ਆਦਰਯੋਗ 'ਚ, ਤੇ ਸੰਘਾਰੀ ਮੱਲ ਕਹਿੰਦੇ ਮਹਾਰਾਜ ਮੈਂ ਨਹੀਂ, ਤੁਸੀਂ ਆਦਰਯੋਗ ਹੋ। ਮਹਾਰਾਜ ਤੁਸੀਂ ਐਡੀ ਵੱਡੀ ਪਦਵੀ ਤੇ ਬੈਠੇ ਤੇ ਜਗਤ ਗੁਰੂ ਹੋ, ਮਾਲਕ ਹੋ ਤੁਸੀਂ ਮਹਾਰਾਜ। ਕਰੀ ਸੋ ਪ੍ਰੀਤ ਪਰਸਪਰ ਨਮੋ। ਤੇ ਪਿਆਰ ਦੇ ਨਾਲ ਇੱਕ ਦੂਜੇ ਨੂੰ ਦੋਵਾਂ ਨੇ ਹੀ ਮੱਥਾ ਟੇਕਿਆ ਜੀ। ਉਹਨਾਂ ਟੇਕਿਆ ਇਹ ਗੁਰੂ ਨੇ, ਤੇ ਗੁਰੂ ਰਾਮਦਾਸ ਜੀ ਨੇ ਵੀ ਪੈਰੀਂ ਹੱਥ ਲਾਇਆ, ਸਾਡੇ ਵੱਡੇ ਭਰਾ ਨੇ। ਹਾਂਜੀ, ਸਾਡੇ ਵੱਡੇ ਭਰਾ ਨੇ। ਲਓ ਅੱਜ ਤੋਂ ਬਾਅਦ ਵੱਡੇ ਭਰਾ ਦੇ ਜੇ ਪੈਰੀਂ ਹੱਥ ਲਾ ਦੋਗੇ ਨਾ, ਉਹ ਡਾਂਗ ਨਹੀਂ ਮਾਰੇਗਾ, ਆਸ਼ੀਰਵਾਦ ਦੇਗਾ ਜੀ। ਪਰ ਸਾਡੇ ਬੰਦਿਆਂ ਦੀ ਧੌਣ 'ਚ ਕਿੱਲਾ ਇਹੋ ਜਿਹਾ ਠੁਕਿਆ, ਉਹ ਕਹਿੰਦੇ ਕਿਸੇ ਅੱਗੇ ਝੁਕਣਾ ਨਹੀਂ ਜੀ। ਹਾਂਜੀ। ਬੈਠੇ ਕੁਸ਼ਲ ਪ੍ਰਸ਼ਨ ਕਰ ਆਸ਼ੇ। ਮਹਾਰਾਜ ਨੇ ਬਿਠਾਇਆ, ਰਾਜੀ ਖੁਸ਼ੀ ਸੱਚੇ ਪਾਤਸ਼ਾਹ ਜੀ ਨੇ ਪੁੱਛੀ ਜੀ ਗੁਰੂ ਰਾਮਦਾਸ ਜੀ ਨੇ। ਦੇਖ ਮਿਠਾਈ ਦਿਸ਼ ਗੁਰ ਪਾਸ਼ੇ। ਤੇ ਜਦੋਂ ਮਠਿਆਈ ਲੈ ਕੇ ਆਏ ਨਾ ਜੀ, ਉਹ ਮਠਿਆਈ ਖੁੱਲੀ ਲੈ ਕੇ ਆਏ ਜੀ, ਕਿਲੋ ਵਾਲਾ ਡੱਬਾ ਨਹੀਂ ਨਾ ਜੀ ਲਿਆਏ ਜੀ, ਖੁੱਲੀ ਮਠਿਆਈ ਲੈ ਕੇ ਆਏ। ਤੇ ਜਦੋਂ ਮਠਿਆਈ ਲੈ ਕੇ ਆਏ, ਕਾਰਨ ਕਵਨ ਆਪ ਆਗਵਨੂ। ਮਹਾਰਾਜ ਨੇ ਵੇਖਿਆ ਕੋਈ ਖਾਸ ਗੱਲ ਹੈ। ਅੱਛਾ, ਗੁਰੂ ਰਾਮਦਾਸ ਜੀ ਜਾਣਦੇ ਵੀ ਸਾਰਾ ਕੁਝ ਹੈ, ਅੰਤਰਜਾਮੀ ਹੈ, ਫਿਰ ਵੀ ਮਹਾਰਾਜ ਪੁੱਛਦੇ ਆ। ਮਹਾਰਾਜ ਕਹਿੰਦੇ ਮਠਿਆਈ ਲੈ ਕੇ ਆਏ ਹੋ, ਕੋਈ ਖਾਸ ਗੱਲ ਹੈ? ਹਾਂਜੀ। ਤਜ ਕੈ ਕ੍ਰਿਤ ਸਗਲ ਨਿਜ ਭਵਨੂ। ਸਾਰੇ ਕੰਮ ਛੱਡ ਕੇ ਸਾਡੇ ਕੋਲ ਤੁਸੀਂ ਇੱਥੇ ਆਏ ਹੋ। ਹਾਂਜੀ। ਤਬ ਕਰ ਜੋਰ ਕਹਿਤ ਸੰਹਾਰੀ। ਤੇ ਵੇਖ ਲਓ ਬਾਬਾ ਸੰਘਾਰੀ ਮੱਲ ਦੀ ਨਿਮਰਤਾ। ਮਹਾਰਾਜ ਨਾਲ ਗੱਲ ਕਰਨ ਲੱਗੇ ਤੇ ਹੱਥ ਜੋੜ ਲਏ ਜੀ ਉਹਨਾਂ ਨੇ ਜੀ। ਹੱਥ ਜੋੜ ਕੇ ਬਾਬਾ ਸੰਘਾਰੀ ਮੱਲ ਜੀ ਬੇਨਤੀ ਕਰਨ ਲੱਗੇ ਜੀ, ਤੁਮ ਸੋਢੀ ਕੁਲ ਮਹਿ ਉਜਿਆਰੀ। ਮਹਾਰਾਜ ਜਨਮ ਤੁਹਾਡਾ ਵੀ ਸੋਢੀ ਕੁਲ ਵਿੱਚ ਹੋਇਆ ਤੇ ਮੇਰਾ ਵੀ ਸੋਢੀ ਕੁਲ 'ਚ ਹੋਇਆ, ਪਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਸਾਡੇ ਸੋਢੀਆਂ ਦੀ ਤੁਹਾਡੇ ਕਰਕੇ ਸ਼ਾਨ ਵੱਧ ਗਈ ਹੈ। ਕਹਿਣ ਲੱਗੇ ਮਹਾਰਾਜ ਤੁਸੀਂ ਸੋਢੀਆਂ ਨੂੰ ਉੱਚਾ ਕਰਤਾ। ਹਾਂਜੀ। ਜਗ ਮਹਿ ਪ੍ਰਗਟ ਭਈ ਵਡਿਆਈ। ਜਗਤ ਦੇ ਵਿੱਚ ਤੁਹਾਡੇ ਕਰਕੇ ਸੋਢੀਆਂ ਦੀ ਵਡਿਆਈ ਵੱਧ ਗਈ ਹੈ। ਹਾਂਜੀ। ਸੋ ਮੈਂ ਕਹਿ ਲਗ ਕਹੋ ਸੁਨਾਈ। ਮਹਾਰਾਜ ਤੁਹਾਡੇ ਕਰਕੇ ਸਾਡੀ ਕੁੱਲ ਦੀ ਇੰਨੀ ਵਡਿਆਈ ਵੱਧ ਗਈ ਹੈ,
ਮੈਂ ਆਪਣੇ ਮੁਖੋਂ ਦੱਸ ਨਹੀਂ ਸਕਦਾ। ਜਦੋਂ ਅਸੀਂ ਕਿਸੇ ਨੂੰ ਦੱਸਦੇ ਨਾ ਅਸੀਂ ਸੋਢੀਆਂ, ਤੇ ਲੋਕ ਕਹਿੰਦੇ ਗੁਰੂ ਰਾਮਦਾਸ ਜੀ ਦੀ ਕੁੱਲ ਵਿੱਚੋਂ ਨੇ। ਲੋਕ ਗੁਰੂ ਰਾਮਦਾਸ ਜੀ ਦਾ ਨਾਮ ਲੈਂਦੇ ਆ, ਮਹਾਰਾਜ ਤੁਹਾਡੇ ਕਰਕੇ ਸਾਡੀ ਕੁੱਲ ਦੀ ਵੱਡੀ ਵਡਿਆਈ ਹੋ ਗਈ ਹੈ। ਹਾਂਜੀ, ਅਬ ਤੁਮਰੇ ਭਤੀਜ ਕੋ ਬਿਆਹੂ। ਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ, ਮੈਂ ਮਠਿਆਈ ਲੈ ਕੇ ਤੁਹਾਡੇ ਚਰਨਾਂ 'ਚ ਹਾਜ਼ਰ ਹੋਇਆ, ਤੁਹਾਡੇ ਭਤੀਜੇ ਦਾ ਵਿਆਹ ਹੈ ਕਹਿਣ ਲੱਗੇ। ਅੱਛਾ ਵੇਖ ਲਓ, ਜਿੱਥੇ ਬੰਦੇ ਨੇ ਰਿਸ਼ਤੇਦਾਰੀ ਵਿਖਾਉਣੀ ਵਿਖਾ ਹੀ ਦਿੰਦਾ ਜੀ। ਉਂਝ ਕਹਿੰਦੇ ਮਹਾਰਾਜ ਤੁਸੀਂ ਗੁਰੂ ਹੋ, ਪਰ ਭਰਾ ਵਾਲੀ ਗੱਲ ਵੀ ਕੀਤੀ ਜੀ। ਕਹਿੰਦੇ ਮਹਾਰਾਜ ਤੁਹਾਡੇ ਭਤੀਜੇ ਦਾ ਵਿਆਹ ਹੈ। ਹਾਂਜੀ, ਕਰਨ ਅਸ਼ੇਰੋ ਮੈਂ ਚਿਤ ਚਾਹੂ। ਤੇ ਮੇਰੇ ਮਨ ਵਿੱਚ ਤੁਹਾਡੇ ਕਰਕੇ ਸੋਢੀਆਂ ਦੀ ਜੈ ਜੈਕਾਰ ਹੋ ਰਹੀ ਹੈ, ਤੇ ਮੇਰੇ ਮਨ 'ਚ ਹੈ ਵੀ ਮੈਂ ਬੜੇ ਵਧੀਆ ਤਰੀਕੇ ਨਾਲ ਪੁੱਤਰ ਦਾ ਵਿਆਹ ਕਰਾਂ। ਹਾਂਜੀ, ਸੋ ਆਸ਼ੋ ਤੁਮ ਬਿਨ ਨਹਿ ਮਨੈ। ਤੇ ਮਹਾਰਾਜ ਵਿਆਹ ਦੀ ਸ਼ਾਨ ਹੋਵੇ, ਮੇਰਾ ਇਹ ਫੁਰਨਾ ਹੈ, ਪਰ ਜਿੰਨਾ ਚਿਰ ਵਿਆਹ ਵਿੱਚ ਤੁਸੀਂ ਨਾ ਆਏ ਉਹਨਾਂ ਚਿਰ ਤੱਕ ਸ਼ਾਨ ਨਹੀਂ ਵਧਣੀ। ਤੁਹਾਡੇ ਕਰਕੇ ਸ਼ਾਨ ਹੋਣੀ ਹੈ। ਜਦੋਂ ਬੰਦਾ ਵੱਡੀ ਪਦਵੀ ਵਾਲਾ ਹੋ ਜਾਂਦਾ ਨਾ ਜੀ, ਉਹਦੇ ਕਰਕੇ ਪ੍ਰੋਗਰਾਮਾਂ ਦੀ ਵੀ ਸ਼ਾਨ ਬਣ ਜਾਂਦੀ ਜੀ। ਮਹਾਰਾਜ ਤੁਹਾਡੇ ਤੋਂ ਬਗੈਰ ਸ਼ਾਨ ਹੀ ਨਹੀਂ ਬਣਨੀ ਵਿਆਹ ਦੀ। ਇਮ ਆਇਓ ਮੈਂ ਠੱਟ ਕਰ ਮਨੈ। ਮੈਂ ਆਪਣੇ ਮਨ ਵਿੱਚ ਵਿਚਾਰ ਕਰਕੇ ਤੇ ਤਾਂ ਆਇਆ ਤੁਹਾਡੇ ਚਰਨਾਂ 'ਚ। ਸਭ ਮਹਿ ਆਪ ਹੋਏ ਸਿਰਮੌਰ। ਸੱਚੇ ਪਾਤਸ਼ਾਹ ਜਿੱਥੇ ਤੁਸੀਂ ਜਗਤ ਦੇ ਕੁੱਲ ਹੋ, ਵਾਹਿਗੁਰੂ ਗੁਰੂ ਹੋ, ਜਗਤ ਦੇ ਮਾਲਕ ਹੋ, ਆਪ ਪਰਮੇਸ਼ਰ ਦਾ ਰੂਪ ਹੋ, ਉੱਥੇ ਮਹਾਰਾਜ ਸਾਡੀ ਕੁੱਲ ਵਿੱਚ ਵੀ ਸਭ ਤੋਂ ਵੱਡੇ ਤੁਸੀਂ ਹੋ। ਸਾਡੀ ਕੁੱਲ ਦੇ ਸਿਰਮੌਰ ਹੋ। ਸਿਰਮੌਰ ਕਿਹਨੂੰ ਕਹਿੰਦੇ? ਜਿਹੜਾ ਸ਼੍ਰੋਮਣੀ ਹੋਵੇ ਜੀ। ਹਾਂਜੀ, ਕਰੋ ਵਿਆਹ ਚੱਲ ਕੈ ਤਿਸ ਠੌਰ। ਕਰੋ ਵਿਆਹ ਚੱਲ ਕੈ ਤਿਸ ਠੌਰ। ਤੇ ਮਹਾਰਾਜ ਕਿਰਪਾ ਕਰੋ ਆਪਣੇ ਭਤੀਜੇ ਦਾ ਵਿਆਹ ਕਰੋ ਜਾ ਕੇ ਉੱਥੇ। ਮਹਾਰਾਜ ਆਪ ਵਿਆਹ ਕਰੋ, ਵਿਆਹ ਵਿੱਚ ਆਓ ਸੱਚੇ ਪਾਤਸ਼ਾਹ। ਹਾਂਜੀ, ਸੁਨ ਸ਼੍ਰੀ ਰਾਮਦਾਸ ਸਨਮਾਨਾ। ਗੱਜ ਕੇ ਆਖੋ ਵਾਹਿਗੁਰੂ। ਹੁਣ ਇਹ ਵੀ ਤਰੀਕਾ 'ਚ ਹੈ। ਜਦੋਂ ਮਹਾਰਾਜ ਗੁਰੂ ਰਾਮਦਾਸ ਜੀ ਨੂੰ ਦੱਸਿਆ ਨਾ, ਬਾਬਾ ਸੰਘਾਰੀ ਮੱਲ ਜੀ ਨੇ ਆਪਣੇ ਪੁੱਤਰ ਦੇ ਵਿਆਹ ਬਾਰੇ, ਗੁਰੂ ਰਾਮਦਾਸ ਮਰਿਆਦਾ ਪੁਰਸ਼ੋਤਮ, ਮਹਾਰਾਜ ਨੇ ਸਤਿਕਾਰ ਕੀਤਾ ਜੀ ਉਹਨਾਂ ਦਾ ਜੀ, ਬੜਾ ਸਤਿਕਾਰ ਕੀਤਾ, ਵਧਾਈ ਦਿੱਤੀ ਉਹਨਾਂ ਨੂੰ ਜੀ। ਹਾਂਜੀ, ਡੇਰੋ ਦੀਏ ਕਰਾਏ ਸ਼ੁਭ ਥਾਨਾ। ਤੇ ਮਹਾਰਾਜ ਕਹਿਣ ਲੱਗੇ ਕੋਈ ਨਹੀਂ ਰਾਤ ਰਹੋ। ਆਸਣ ਲਵਾ ਦਿੱਤਾ ਸੱਚੇ ਪਾਤਸ਼ਾਹ ਜੀ ਨੇ ਵਧੀਆ ਜਗ੍ਹਾ ਵੇਖ ਕੇ। ਖਾਨ ਪਾਨ ਕੀ ਸੁਧ ਸਭ ਲੀਨਸ। ਨਿਸ ਸੁਪਤਨ ਹਿਤ ਸਹਿਜਾ ਦੀਨਸ। ਛਕਾਇਆ, ਦੂਰੋਂ ਆਏ ਸਨ, ਵਧੀਆ ਖਾਣ ਪਾਣ ਛਕਾਇਆ, ਆਸਣ ਦਿੱਤਾ ਸੌਣ ਵਾਸਤੇ ਵਧੀਆ। ਹਾਂਜੀ, ਸਤਿਗੁਰ ਹਿਰਦੈ ਬਿਰਤੰਤ ਵਿਚਾਰਾ। ਤਿਹ ਠਾਂ ਜਾਨ ਨਾ ਬਨੈ ਹਮਾਰਾ। ਗੱਜ ਕੇ ਆਖੋ। ਤੇ ਕੁਝ ਸਮਾਂ ਪਹਿਲਾਂ ਮਹਾਰਾਜ ਲਾਹੌਰੋਂ ਆਏ ਸਨ ਜੀ। ਹੁਣ ਮਹਾਰਾਜ ਵਿਚਾਰ ਕਰਦੇ ਆ ਵੀ ਵਿਆਹ ਵਿੱਚ ਜਾਣਾ ਸਾਡਾ ਬਣਦਾ ਨਹੀਂ ਹੈ। ਕਿਉਂ ਨਹੀਂ ਬਣਦਾ ਉਹ ਵੀ ਸੁਣ ਲਓ। ਹਾਂਜੀ, ਅਨਗਨ ਸੰਗਤ ਨਿਤ ਪ੍ਰਤ ਆਵੈ। ਦੋ ਕਾਰਨ ਨੇ। ਇੱਕ ਤੇ ਬਹੁਤ ਸੰਗਤ ਜਿਹੜੀ ਹੈ ਉਹ ਹਰ ਰੋਜ਼ ਇੱਥੇ ਦਰਸ਼ਨਾਂ ਵਾਸਤੇ ਪਹੁੰਚਦੀ ਹੈ। ਹਾਂਜੀ, ਅਚਹਿ ਦੇਗ ਰਹਿ ਬਾਹਰ ਸਿਧਾਵੈ। ਉਹ ਦੇਗ ਅਚਦੀ ਹੈ, ਲੰਗਰ ਛਕਦੀ ਹੈ, ਇੱਥੇ ਰਾਤ ਰਹਿੰਦੀ ਹੈ। ਹਾਂਜੀ, ਇਮ ਚਿਤਵਤ ਸਤਿਗੁਰ ਨਿਸ਼ ਸੋਏ। ਤੇ ਉਹਨਾਂ ਸੰਗਤਾਂ ਨੂੰ ਦਰਸ਼ਨ ਨਹੀਂ ਹੋਣੇ ਜੀ। ਤੇ ਲਾਹੌਰ ਜਾ ਕੇ ਆਉਣ ਵਿੱਚ ਮਹੀਨਾ ਤੇ ਸਹਿਜ ਸੁਭਾਅ ਲੱਗ ਜਾਣਾ ਜੀ। ਹਾਂਜੀ, ਵਿਆਹ ਹੈ ਜੀ, ਤੇ ਇੱਕ ਵਿਆਹ ਹੈ, ਦੂਜਾ ਜਦੋਂ ਮਹਾਰਾਜ ਨੇ ਲਾਹੌਰ ਪਹੁੰਚਣਾ ਤੇ ਪਤਾ ਨਹੀਂ ਕਿੰਨੀ ਕੁ ਸੰਗਤ ਜਿਹੜੀ ਉਹ ਬਾਬੇ ਸੰਘਾਰੀ ਮੱਲ ਦੇ ਘਰ ਪਹੁੰਚ ਜਾਣੀ ਜੀ। ਹਾਂਜੀ, ਤੇ ਬਾਬਾ ਸੰਘਾਰੀ ਮੱਲ ਜੀ ਕੋਲੋਂ ਸੰਗਤ ਜੀ ਸੰਗਤ ਹੀ ਨਹੀਂ ਸਾਂਭੀ ਜਾਣੀ ਤੇ ਵਿਆਹ ਕਿਵੇਂ ਕਰਨਗੇ ਜੀ। ਹਾਂਜੀ, ਇਮ ਚਿਤਵਤ ਸਤਿਗੁਰ ਨਿਸ਼ ਸੋਏ। ਮਹਾਰਾਜ ਇਹ ਵਿਚਾਰ ਕਰਕੇ ਤੇ ਆਰਾਮ ਕਰਨ ਲੱਗ ਪਏ ਗੁਰੂ ਰਾਮਦਾਸ ਜੀ। ਜਾਗੇ ਬਹੁਰ ਭਰਾਤ ਜਬ ਹੋਏ। ਜਾਗੇ ਬਹੁਰ ਭਰਾਤ ਜਬ ਹੋਏ। ਅੰਮ੍ਰਿਤ ਵੇਲੇ ਮਹਾਰਾਜ ਫਿਰ ਜਾਗੇ ਜੀ।
ਆਦ ਇਸ਼ਨਾਨ ਕਿਰਿਆ ਕਰ ਸਾਰੀ। ਇਸ਼ਨਾਨ ਪਾਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਕੀਤਾ। ਬੈਠਿਓ ਗੁਰ ਢਿਗ ਆਨ ਸੰਹਾਰੀ। ਤੇ ਦੀਵਾਨ ਲੱਗਾ ਤੇ ਮਹਾਰਾਜ ਦੇ ਕੋਲ ਬਾਬਾ ਸੰਘਾਰੀ ਮੱਲ ਜੀ ਆ ਗਏ ਜੀ। ਹੁਣ ਵੇਖਿਓ ਮਹਾਰਾਜ ਦੇ ਗੱਲ ਕਰਨ ਦਾ ਤਰੀਕਾ ਕਿੰਨਾ ਸੋਹਣਾ ਜੀ। ਇਹ ਆਪਾਂ ਸਿੱਖਣਾ ਹੈ ਕਥਾ ਸੁਣਦਿਆਂ। ਕਈ ਬੰਦੇ ਸੰਗਤ ਜੀ ਉਹਨਾਂ ਨੂੰ ਨਾ ਕਿਸੇ ਨੂੰ ਹਾਂ ਹੀ ਕਰਨੀ ਆਉਂਦੀ ਤੇ ਨਾ ਹੀ ਕਰਨੀ ਆਉਂਦੀ ਜੀ। ਗੱਲ ਕਰਨ ਦਾ ਤਰੀਕਾ ਹੀ ਨਹੀਂ ਆਉਂਦਾ ਜੀ। ਹਾਂਜੀ। ਹਾਥ ਜੋੜ ਕਰ ਕੀਨਸ ਬਿਨਤੀ। ਬਾਬਾ ਸੰਘਾਰੀ ਮੱਲ ਜੀ ਨੇ ਹੱਥ ਜੋੜ ਕੇ ਗੁਰੂ ਰਾਮਦਾਸ ਜੀ ਨੂੰ ਬੇਨਤੀ ਕੀਤੀ। ਵੇਖ ਲਓ ਵੱਡੇ ਭਰਾ ਨੇ ਪਰ ਨਿਮਰਤਾ ਵਿੱਚ ਪੂਰੀ ਨੇ ਜੀ। ਹਾਂਜੀ। ਹੂ ਜੋ ਤਿਆਰ ਆਪ ਤਜ ਗਿਣਤੀ। ਕਹਿੰਦੇ ਮਹਾਰਾਜ ਫਿਰ ਤਿਆਰੀ ਕਰੋ ਬਰਾਤ ਚ ਤੁਸਾਂ ਜਾਣਾ ਮਹਾਰਾਜ। ਹਾਂਜੀ। ਹੁਣ ਵੇਖੋ ਨਾ ਜੀ ਕਿਸੇ ਦੀ ਬਰਾਤ ਹੋਵੇ ਤੇ ਬਰਾਤ ਚ ਗੁਰੂ ਰਾਮਦਾਸ ਸਾਹਿਬ ਹੋਣ, ਖੁਸ਼ੀ ਤੇ ਹੁੰਦੀ ਹੈ ਨਾ ਜੀ। ਮਹਾਰਾਜ ਆਪ ਜੀ ਨੇ ਬਰਾਤ ਵਿੱਚ ਸਾਡੇ ਨਾਲ ਜਾਣਾ। ਸਾਰਾ ਕੰਮ ਸਤਿਗੁਰੂ ਜੀ ਆਪ ਜੀ ਨੇ ਕਰਨਾ। ਹਾਂਜੀ। ਇਸ ਹਿਤ ਕਰਨ ਹੈ ਅਪਰ ਪਠਾਵਾ। ਬਹੁ ਕਾਰਜ ਤਜ ਕਰ ਮੈਂ ਆਵਾ। ਸੱਚੇ ਪਾਤਸ਼ਾਹ ਮੈਂ ਕਿਸੇ ਹੋਰ ਨੂੰ ਨਹੀਂ ਭੇਜਿਆ ਸੱਦੇ ਵਾਸਤੇ। ਵਿਆਹ ਦੇ ਸਾਰੇ ਕੰਮ ਛੱਡ ਕੇ ਮੈਂ ਆਪ ਜੀ ਦੇ ਚਰਨਾਂ ਵਿੱਚ ਆਪ ਬੇਨਤੀ ਕਰਨ ਆਇਆ। ਮੇਰੀ ਬੇਨਤੀ ਨਾ ਮੋੜਿਓ ਮਹਾਰਾਜ। ਹਾਂਜੀ। ਜਾਂ ਤੇ ਮੇਰੋ ਪ੍ਰੇਮ ਵਿਚਾਰੋ। ਕਰੋ ਭਤੀਜੇ ਕੋ ਇਹੋ ਪਿਆਰੋ। ਮਹਾਰਾਜ ਮੇਰੇ ਪਿਆਰ ਦੀ ਲਾਜ ਰੱਖੋ। ਆਪਣੇ ਭਤੀਜੇ ਨੂੰ ਪਿਆਰ ਕਰੋ। ਤੇ ਮਹਾਰਾਜ ਬਰਾਤ ਚ ਨਾਲ ਜਾਣਾ। ਆਪ ਜੀ ਨੇ ਆਉਣਾ, ਦਰਸ਼ਨ ਦੇਣੇ ਆ। ਤੁਮਰੇ ਚਰਨ ਪਰੈ ਘਰ ਮੇਰੇ। ਵਡਿਆਈ ਜਗ ਹੋਏ ਵਡੇਰੇ। ਵੇਖ ਲਓ ਬਾਬਾ ਸੰਘਾਰੀ ਮੱਲ ਕਿਹੜੇ ਬਚਨ ਕਰਨ ਦੇ। ਕਹਿੰਦੇ ਮਹਾਰਾਜ ਜਦੋਂ ਆਪ ਜੀ ਸਾਡੇ ਘਰ ਆਓਗੇ ਜਗਤ ਵਿੱਚ ਮੇਰੀ ਸੋਭਾ ਵੱਧ ਜਾਣੀ ਹੈ। ਕੱਜ ਕੇ ਆਖੋ ਵਾਹਿਗੁਰੂ। ਲੋਕਾਂ ਕਹਿਣਾ ਵੇਖੋ ਗੁਰੂ ਰਾਮਦਾਸ ਜੀ ਨਾਲ ਕਿੰਨਾ ਪਿਆਰ ਹੈ। ਇਹਦੇ ਪੁੱਤਰ ਦੇ ਵਿਆਹ ਚ ਮਹਾਰਾਜ ਆਪ ਆਏ ਹੈ ਤੇ ਨਾਲੇ ਮਹਾਰਾਜ ਸਾਡੀ ਸਕੀ ਰਿਸ਼ਤੇਦਾਰੀ ਹੈ ਤੁਹਾਡੇ ਨਾਲ ਤੇ ਮਹਾਰਾਜ ਮੇਰੀ ਬੜੀ ਵਡਿਆਈ ਹੋਏਗੀ। ਸਭ ਵਿਦ ਕਾਰਜ ਸਰੈ ਹਮਾਰੋ। ਨਾਲੇ ਆਪ ਜੀ ਦੇ ਜਦੋਂ ਸਤਿਗੁਰੂ ਚਰਨ ਪੈ ਗਏ ਤੇ ਸਾਡਾ ਕੋਈ ਕੰਮ ਅਧੂਰਾ ਰਹਿਣਾ ਹੀ ਨਹੀਂ। ਮਹਾਰਾਜ ਸਾਡੇ ਸਾਰੇ ਕੰਮ ਕਾਰਜ ਜਿਹੜੇ ਆ ਉਹ ਪੂਰੇ ਹੋਣੇ ਆ। ਹਾਂਜੀ। ਦਰਸ਼ਨ ਮੰਗਲ ਰੂਪ ਤੁਮਹਾਰੋ। ਤੁਹਾਡੇ ਤੇ ਦਰਸ਼ਨ ਹੀ ਖੁਸ਼ੀਆਂ ਦੇਣ ਵਾਲੇ ਹੈਗੇ ਆ। ਗੱਜ ਕੇ ਆਖੋ ਵਾਹਿਗੁਰੂ। ਤੇ ਮੰਗਲ ਰੂਪ ਤੁਮਰੇ ਦਰਸ ਅਨੂਪ ਰਸਾਲ। ਮਹਾਰਾਜ ਤੁਹਾਡੇ ਜਿਹੜੇ ਦਰਸ਼ਨ ਨੇ ਦਰਸ਼ਨ ਹੀ ਖੁਸ਼ੀਆਂ ਵਾਲੇ ਆ। ਜਦੋਂ ਤੁਸੀਂ ਉੱਥੇ ਜਾ ਕੇ ਬਹਿ ਗਏ ਤੁਹਾਡੇ ਦਰਸ਼ਨ ਕਰ ਹੀ ਲੋਕਾਂ ਖੁਸ਼ ਹੋਈ ਜਾਣਾ। ਹਾਂਜੀ। ਹੋਏ ਨਾ ਬਿਗਨ ਬਨੋ ਰਖਵਾਰੋ। ਮਹਾਰਾਜ ਸਾਡੇ ਕਾਰਜਾਂ ਚ ਵਿਘਨ ਨਹੀਂ ਪਏਗਾ। ਸਾਡੇ ਰਖਵਾਲੇ ਬਣੋ, ਨਾਲ ਚੱਲੋ ਮਹਾਰਾਜ ਲਾਹੌਰ ਹੈ। ਮਮ ਸੁਤ ਨਿਜ ਸੁਤ ਸਮ ਨਿਰਧਾਰੋ। ਤੇ ਫਿਰ ਬਾਬਾ ਸੰਘਾਰੀ ਮੱਲ ਨਿਮਰਤਾ ਚ ਆ ਕੇ ਇੱਥੋਂ ਤੱਕ ਕਹਿਣ ਲੱਗ ਪਏ ਵੀ ਮਹਾਰਾਜ ਮੇਰੇ ਪੁੱਤਰ ਨੂੰ ਆਪਣਾ ਪੁੱਤਰ ਹੀ ਸਮਝੋ ਮਹਾਰਾਜ। ਗੱਜ ਕੇ ਆਖੋ ਵਾਹਿਗੁਰੂ। ਹਾਂ। ਸੁਨੇ ਭਰਾਤ ਕੇ ਬਾਕ ਕਿਰਪਾਲਾ। ਭਰੇ ਸਨੇ ਅਸ਼ੇ ਵਿਸਾਲਾ। ਜਦੋਂ ਮਹਾਰਾਜ ਦੇ ਭਰਾ ਨੇ ਬਹੁਤੀ ਨਿਮਰਤਾ ਵਾਲੇ ਬਚਨ ਕਹੇ। ਇੱਕ ਗੱਲ ਚੇਤਾ ਰੱਖਿਓ ਜਦੋਂ ਬੰਦਾ ਨਿਮਰਤਾ ਨਾਲ ਸੱਦਾ ਦੇ ਰਿਹਾ ਹੋਵੇ ਤੇ ਨਾ ਵੀ ਨਹੀਂ ਹੁੰਦੀ ਬੰਦੇ ਕੋਲੋਂ ਜੀ। ਗੱਜ ਕੇ ਆਖੋ ਵਾਹਿਗੁਰੂ। ਨਿਮਰਤਾ ਦੇ ਨਾਲ ਸੱਦਾ ਦੇ ਰਿਹਾ ਹੋਵੇ ਨਾ ਫਿਰ ਬੰਦੇ ਕੋਲੋਂ ਨਾ ਨਹੀਂ ਹੁੰਦੀ ਜੀ। ਹੁਣ ਕਿੱਡੇ ਸੋਹਣੇ ਸੋਹਣੀਆਂ ਗੱਲਾਂ ਕੀਤੀਆਂ ਵੀ ਮੇਰੇ ਪੁੱਤਰ ਨੂੰ ਆਪਣਾ ਪੁੱਤ ਸਮਝੋ ਮਹਾਰਾਜ। ਮਹਾਰਾਜ ਗੁਰੂ ਰਾਮਦਾਸ ਜੀ ਨੇ ਜਦੋਂ ਐਸੇ ਬਚਨ ਸੁਣੇ ਤੇ ਸਨਮਾਨ ਰੱਖ ਬੇਹਿਤਾ। ਹੁਣ ਮਹਾਰਾਜ ਉਹਨਾਂ ਦਾ ਮਾਣ ਰੱਖਣਗੇ ਜੀ। ਹਾਂਜੀ। ਮ੍ਰਿਦੁਲ ਕਹਿਓ ਸੋਢੀ ਕੁਲ ਕੇਤਾ। ਮਾਣ ਰੱਖਣ ਵਾਸਤੇ ਗੁਰੂ ਰਾਮਦਾਸ ਸਾਹਿਬ ਮਿੱਠੇ ਬੋਲ ਬੋਲ ਕੇ ਉਹਦਾ ਮਾਣ ਰੱਖਣਗੇ ਜੀ। ਇਹ ਸਿੱਖਿਆ ਵਾਲੇ ਬੋਲ ਹੋਣੇ ਤੇ ਧਿਆਨ ਨਾਲ ਸੁਣਿਓ। ਜਥਾ ਜੋਗ ਤੁਮ ਭਾਖਤ ਭਰਾਤਾ। ਵਾਹ ਵਾਹ ਗੱਜ ਕੇ ਆਖੋ ਵਾਹਿਗੁਰੂ। ਵੇਖੋ ਮਹਾਰਾਜ ਦੀ ਬੋਲੀ ਕਿੱਡੀ ਸੋਹਣੀ ਹੈ ਗੁਰੂ ਰਾਮਦਾਸ ਜੀ ਦੀ। ਮਹਾਰਾਜ ਕਹਿੰਦੇ ਭਰਾ ਜੀ ਗੱਲਾਂ ਤੇ ਤੁਹਾਡੀਆਂ ਠੀਕ ਨੇ ਕਹਿਣ ਲੱਗੇ।
ਜਿਹੜੇ ਬਚਨ ਕੀਤੇ ਤੁਸਾਂ, ਬਚਨ ਤੁਹਾਡੇ ਸਾਰੇ ਹੀ ਠੀਕ ਨੇ। ਹਾਂਜੀ, ਤਉ ਸੁਨਹੁ ਹਮਰੋ ਬਿਰਤਾਂਤਾ। ਫਿਰ ਵੀ ਸਾਡੀ ਵੀ ਬੇਨਤੀ ਸੁਣ ਲਓ, ਨਿਮਰਤਾ ਨਾਲ ਮਹਾਰਾਜ ਕਹਿ ਰਹੇ। ਦੇਸ਼ ਵਿਦੇਸ਼ਨ ਸੰਗਤ ਆਵੈ ਹੈ, ਨਿਤ ਪ੍ਰਤ ਨਈ ਦਰਸ ਕਰ ਜਾਵੈ ਹੈ। ਹਰ ਰੋਜ਼ ਨਵੀਂ ਸੰਗਤ ਆਉਂਦੀ ਦੇਸ਼ ਵਿਦੇਸ਼ ਵਿੱਚੋਂ, ਦਰਸ਼ਨ ਕਰਨ ਵਾਸਤੇ ਆਉਂਦੀ ਹੈ। ਗੁਰ ਸਿੱਖਨ ਕੋ ਹੋਏ ਅਪਮਾਨਾ, ਇਤੀ ਨਾ ਮੋਹ ਮੈਂ ਸ਼ਕਤ ਮਹਾਨਾ। ਤੇ ਜੇ ਅਸੀਂ ਇੱਥੇ ਨਾ ਹੋਏ ਤੇ ਸਿੱਖਾਂ ਦਾ ਅਪਮਾਨ ਹੋਏਗਾ। ਕਹਿਣ ਲੱਗੇ, ਗੱਜ ਕੇ ਆਖੋ ਵਾਹਿਗੁਰੂ। ਵੇਖੋ ਇੱਥੇ ਸੰਗਤ ਜੀ ਸਾਨੂੰ ਮਾਣ ਦਿੱਤਾ ਗੁਰੂ ਰਾਮਦਾਸ ਜੀ ਨੇ। ਸਕੇ ਭਤੀਜੇ ਦਾ ਵਿਆਹ ਕਹਿ ਲੋ ਜੀ। ਹਾਂਜੀ, ਉੱਥੇ ਨਹੀਂ ਜਾਣਾ, ਸਿੱਖ ਆਉਣਗੇ ਉਹਨਾਂ ਨੂੰ ਦਰਸ਼ਨ ਦੇਣੇ ਹੈ। ਹਾਂਜੀ, ਬੰਦਾ ਗੁਰੂ ਨੂੰ ਛੱਡਦਾ, ਕਿਉਂ ਛੱਡਦਾ? ਰਿਸ਼ਤੇਦਾਰੀਆਂ ਕਰਕੇ ਛੱਡ ਦਿੰਦਾ ਜੀ। ਹਾਂਜੀ, ਪਰ ਗੁਰੂ ਸਾਹਿਬ ਸਿੱਖਾਂ ਕਰਕੇ ਰਿਸ਼ਤੇਦਾਰੀ ਇੱਕ ਪਾਸੇ ਰੱਖ ਰਹੇ ਆ ਜੀ। ਤੇ ਬੰਦਾ ਗੁਰੂ ਨੂੰ ਛੱਡ ਦਿੰਦਾ ਰਿਸ਼ਤੇਦਾਰੀ ਕਰਕੇ ਜੀ। ਵੇਖ ਲਓ ਫਿਰ ਸਤਿਗੁਰੂ ਵਿੱਚ ਤੇ ਸਾਡੇ 'ਚ ਕਿੰਨਾ ਫਰਕ ਹੈਗਾ ਜੀ। ਉਹ ਇੱਕ ਵਾਰਤਾ ਆਉਂਦੀ ਹੈ ਨਾ, ਭਾਈ ਹੀਰਾ ਸਿੰਘ ਜੀ ਲਿਖਦੇ ਆ, ਉਹਨਾਂ ਦਿਨਾਂ ਵਿੱਚ ਮਹਾਰਾਜ ਦੇ ਸਰੂਪ ਜਿਹੜੇ ਸਨ ਘਰਾਂ ਵਿੱਚ ਲਿਜਾ ਕੇ ਲਾਵਾਂ ਕਰਦੇ ਹੁੰਦੇ ਸੀ। ਤੇ ਨਵਾਂ ਨਵਾਂ ਹੀ ਕੰਮ ਸ਼ੁਰੂ ਹੋਇਆ ਸੀ, ਪਹਿਲਾਂ ਅੱਗ ਨਾਲ ਹੀ ਫੇਰੇ ਹੁੰਦੇ ਰਹੇ ਆ। ਇੱਕ ਸਿੱਖ ਨੇ ਕੀਰਤਨ ਸੁਣਿਆ ਤੇ ਭਾਈ ਹੀਰਾ ਸਿੰਘ ਜੀ ਨੂੰ ਆਖਿਆ ਵੀ ਸਾਡੇ ਘਰ ਮਹਾਰਾਜ ਦਾ ਸਰੂਪ ਲਿਆਇਓ, ਮੇਰੀ ਧੀ ਦਾ ਵਿਆਹ ਤੇ ਗੁਰੂ ਗ੍ਰੰਥ ਸਾਹਿਬ ਅਨੁਸਾਰ ਲਾਵਾਂ ਹੋਣਾ। ਉਹ ਸਮੇਂ ਅਨੁਸਾਰ ਮਹਾਰਾਜ ਦਾ ਸਰੂਪ ਦਾ ਪ੍ਰਕਾਸ਼ ਹੋ ਗਿਆ ਜੀ ਉਹਨਾਂ ਦੇ ਘਰ ਵਿਆਹ ਵਾਲੇ ਦਿਨ। ਤੇ ਰਿਸ਼ਤੇਦਾਰ ਲੜਾਈ ਕਰਨ ਲੱਗ ਪਏ ਜੀ। ਭਾਈ ਸਾਹਿਬ ਉਹ ਘਰ ਵਾਲਾ ਆਇਆ, ਉਹ ਭਾਈ ਹੀਰਾ ਸਿੰਘ ਜੀ ਨੂੰ ਹੱਥ ਜੋੜ ਕੇ ਕਹਿੰਦਾ ਜੀ ਤੁਸੀਂ ਜਲ ਪਾਣੀ ਛਕ ਲਿਆ? ਉਹ ਕਹਿੰਦੇ ਛਕ ਲਿਆ। ਕਹਿੰਦੇ ਫਿਰ ਪ੍ਰਸ਼ਾਦਾ ਛਕੋ, ਜਿੰਨੀ ਭੇਟਾ ਚਾਹੀਦੀ ਲਓ ਤੇ ਚਲੇ ਜਾਓ। ਕਹਿਣ ਲੱਗਾ ਤੇ ਮਹਾਰਾਜ ਦਾ ਸਰੂਪ ਵੀ ਲੈ ਜਾਓ। ਉਹ ਕਹਿੰਦੇ ਕੀ ਗੱਲ? ਕਹਿਣ ਲੱਗਾ ਮੇਰੇ ਘਰ ਵਾਲੀ ਦਾ ਪੇਕਾ ਪਰਿਵਾਰ ਜਿਹੜਾ ਉਹ ਨਾਰਾਜ਼ ਹੋ ਰਿਹਾ। ਉਹ ਕਹਿੰਦੇ ਬਾਬੇ ਆ ਕੇ ਬਹਿ ਗਏ, ਕੁਝ ਛਕਣ ਨਹੀਂ ਦੇਣਾ ਇਹਨਾਂ ਨੇ। ਗੱਜ ਕੇ ਆਖੋ ਵਾਹਿਗੁਰੂ। ਗੱਜ ਕੇ ਵਾਹਿਗੁਰੂ। ਕੁਝ ਛਕਣ ਨਹੀਂ ਦੇਣਾ। ਉਹ ਕਹਿੰਦੇ ਅੱਛਾ, ਇੱਕ ਵਾਰੀ ਆਪਣੀ ਘਰ ਵਾਲੀ ਨਾ ਮਿਲਾ ਸਾਨੂੰ। ਕਹਿੰਦੇ ਭਾਈ ਸਾਹਿਬ ਉਹ ਬੜੀ ਤੱਤੀ 'ਚ ਬੜਾ ਬੁਰਾ ਬੋਲੇਗੀ। ਕਹਿੰਦੇ ਉਹ ਸਾਡੀ ਜ਼ਿੰਮੇਵਾਰੀ, ਮੈਨੂੰ ਬੋਲੇਗੀ ਨਾ। ਉਹ ਆ ਗਈ ਜੀ, ਤਿਆਰ ਹੋਈ, ਪਰਸ ਮਾਰਿਆ ਵੱਡਾ ਮੋਢੇ ਨੂੰ ਜੀ। ਹਾਂਜੀ, ਕਹਿੰਦੇ ਰੋਟੀ ਖਾ ਲਈ ਆ? ਕਹਿੰਦੇ ਜੀ ਨਹੀਂ। ਕਹਿੰਦੇ ਜਿੰਨੇ ਪੈਸੇ ਚਾਹੀਦੇ ਲਓ ਤੇ ਛੇਤੀ ਜਾਓ। ਕਹਿੰਦੇ ਸੁਣ ਬੀਬਾ, ਪੈਸਿਆਂ ਦੀ ਗੱਲ ਨਾ ਕਰ, ਮੈਂ ਗੁਰੂ ਤੋਂ ਡਰ ਕੇ ਕਹਿਣਾ, ਪੈਸੇ ਤੈਨੂੰ ਦੱਸ ਕਿੰਨੇ ਚਾਹੀਦੇ ਆ, ਪੈਸਿਆਂ ਦੀ ਗੱਲ ਨਾ ਕਰ। ਇਹ ਦੱਸ ਵੀ ਲਾਵਾਂ ਨਹੀਂ ਹੋਈਆਂ, ਤੂੰ ਮਹਾਰਾਜ ਦਾ ਸਰੂਪ ਕਿਉਂ ਭੇਜ ਰਹੀ ਆ ਘਰੋਂ? ਕਹਿਣ ਲੱਗੀ ਮੇਰੀਆਂ ਭਾਬੀਆਂ, ਮੇਰੇ ਭਰਾ, ਮੇਰੀ ਮਾਂ ਸਾਰੇ ਰੁੱਸ ਚੱਲੇ ਆ। ਉਹ ਕਹਿੰਦੇ ਇਹਨਾਂ ਕਰਨ ਨਹੀਂ ਸਾਨੂੰ ਕੁਝ ਦੇਣਾ। ਉਹ ਕਹਿੰਦੇ ਵੇਖ ਲੈ, ਤੇਰੇ ਘਰ ਤੇਰੀ ਧੀ ਦਾ ਵਿਆਹ ਹੈ, ਇੱਕ ਬੰਨੇ ਤੇਰੇ ਰਿਸ਼ਤੇਦਾਰ, ਤੇਰੀ ਮਾਂ, ਤੇਰਾ ਭਰਾ, ਤੇਰੀ ਭਾਬੀ ਹੈ। ਜਦੋਂ ਤੂੰ ਮਰ ਗਈ ਤੈਨੂੰ ਮਰੀ ਨੂੰ ਛੱਡ ਕੇ ਚਲੇ ਜਾਣਗੇ, ਸਰੀਰ ਸਾੜ ਦੇਣਗੇ, ਤੇਰੀ ਰੂਹ ਨਾਲ ਨਹੀਂ ਜਾਣਗੇ। ਤੇ ਇੱਕ ਬੰਨੇ ਗੁਰੂ ਰਾਮਦਾਸ ਸਾਹਿਬ ਤੇਰੇ ਘਰ ਤੇਰੀ ਧੀ ਨੂੰ ਆਸ਼ੀਰਵਾਦ ਦੇਣ ਵਾਸਤੇ ਆਏ। ਮਰਜ਼ੀ ਤੇਰੀ, ਤੂੰ ਕਿਹਨੂੰ ਖੁਸ਼ ਕਰਨਾ ਹੈ, ਕਿਹਨੂੰ ਭੇਜਣਾ ਹੈ? ਕਹਿੰਦੀ ਕਿੱਥੇ ਗੁਰੂ ਰਾਮਦਾਸ ਜੀ? ਭਾਈ ਹੀਰਾ ਸਿੰਘ ਕਮਾਈ ਵਾਲੇ ਸਨ। ਗੁਰੂ ਗ੍ਰੰਥ ਸਾਹਿਬ ਵੱਲ ਹੱਥ ਕਰਕੇ ਕਹਿੰਦੇ ਆ ਬੈਠੇ ਗੁਰੂ ਰਾਮਦਾਸ ਜੀ। ਕਿਉਂ? ਲਾਵਾਂ ਤੇ ਇਹਨਾਂ ਦੀ ਬਾਣੀ ਨਾਲ ਹੈ ਨਾ। ਪਤਾ ਨਹੀਂ ਉਹਦੇ ਉੱਤੇ ਕੀ ਅਸਰ ਹੋਇਆ। ਆਪਣੀ ਮਾਂ, ਭਰਾ, ਭਾਬੀ ਨੂੰ ਕਹਿੰਦੀ ਜਾਓ, ਜਾਣਾ ਤੇ ਜਾਓ, ਗੁਰੂ ਰਾਮਦਾਸ ਜੀ ਨਹੀਂ ਜਾਣਗੇ ਸਾਡੇ ਘਰੋਂ। ਕਹਿਣ ਲੱਗੀ ਮਤਲਬ ਬੰਦਾ ਜਿਹੜਾ ਹੈ ਨਾ ਜੀ, ਉਹ ਰਿਸ਼ਤੇਦਾਰੀ ਅੱਗੇ ਰੱਖਦਾ, ਗੁਰੂ ਨੂੰ ਪਿੱਛੇ ਰੱਖ ਦਿੰਦਾ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਆਪਣੇ ਰਿਸ਼ਤੇਦਾਰ ਨੂੰ ਕਹਿ ਰਹੇ ਆ, ਸੰਘਾਰੀ ਮੱਲ ਜੀ, ਭਰਾ ਜੀ, ਸੰਗਤਾਂ ਨੇ ਦਰਸ਼ਨ ਕਰਨ ਵਾਸਤੇ ਆਉਣਾ, ਤੇ ਜੇ ਮੈਂ ਨਾ ਹੋਇਆ ਤੇ ਸੰਗਤ ਦਾ ਅਪਮਾਨ ਹੋਣਾ ਹੈ। ਹਾਂਜੀ, ਸਤਿਗੁਰ ਪਗ ਪੰਕਜ ਕੇ ਪ੍ਰੇਮੀ। ਉਹ ਗੁਰੂ ਸਾਹਿਬ ਕਹਿਣ ਲੱਗੇ, ਉਹ
ਸਤਿਗੁਰੂ ਦੇ ਚਰਨਾਂ ਦੇ ਪ੍ਰੇਮੀ ਸਿੱਖ ਨੇ ਸਾਰੇ। ਜਿਨ ਕੋ ਦਰਸ਼ਨ ਨਿਤ ਸੁਖ ਛੇਮੀ, ਮਤਲਬ ਉਹਨਾਂ ਨੂੰ ਦਰਸ਼ਨਾਂ ਨਾਲ ਹੀ ਸੁੱਖ ਤੇ ਮੁਕਤੀ ਮਿਲਣੀ ਹੈ। ਹੁਣ ਵੇਖੋ ਨਾ ਜੀ, ਉਹ ਸਮਾਂ ਕਿਹੜਾ ਫਲਾਈਟਾਂ ਸਨ, ਰੇਲ ਗੱਡੀਆਂ, ਕਾਰਾਂ ਸਨ, ਬੜੀ ਦੂਰੋਂ ਦੂਰੋਂ ਵਿਦੇਸ਼ਾਂ 'ਚੋਂ ਆਉਣਾ ਜੀ। ਆਉਂਦਿਆਂ ਨੂੰ ਮਹਾਰਾਜ ਹੋਣ ਹੀ ਨਾ ਉੱਥੇ, ਤੇ ਉਹਨਾਂ ਦਾ ਮਨ ਤੇ ਟੁੱਟਣਾ ਹੀ ਹੈ ਨਾ ਜੀ। ਹਾਂਜੀ। ਬਰ ਅਰ ਸਰਾਪ ਸਫਲ ਜਿਨ ਕੀਰੇ, ਤਿਨਹੋ ਪ੍ਰਸੰਨ ਕਰਨ ਇਸ਼ ਮੇਰੇ। ਮਹਾਰਾਜ ਕਹਿਣ ਲੱਗੇ ਫਿਰ ਸਾਡੇ ਸਿੱਖ ਇਹੋ ਜਿਹੇ ਆ, ਇੰਨੀ ਕਮਾਈ ਵਾਲੇ ਆ, ਉਹਨਾਂ ਦੇ ਵਰ ਵੀ ਤੇ ਸਰਾਪ ਵੀ ਸੱਚੇ ਹੋ ਜਾਂਦੇ ਆ, ਜੋ ਕਹਿ ਦੇਣ ਸੱਚ ਹੋ ਜਾਂਦਾ ਹੈ। ਤੇ ਮੈਂ ਆਪਣੇ ਸਿੱਖਾਂ ਨੂੰ ਖੁਸ਼ ਹੀ ਰੱਖਣਾ ਚਾਹੁੰਦਾ, ਕਹਿਣ ਲੱਗੇ। ਹਾਂਜੀ। ਭਲਿਆਨ ਕੁਲ ਭੂਖਨ ਕੇ ਦਾਸ, ਤਿਨ ਐਬੋ ਹੋਏ ਹੋਏ ਨਾ ਨਿਰਾਸ। ਗੁਰੂ ਅਮਰਦਾਸ ਜੀ ਨੇ ਮੇਰੀ ਜ਼ਿੰਮੇਵਾਰੀ ਲਾਈ ਹੈ ਤਖਤ ਤੇ ਬੈਠਣ ਦੀ, ਤੇ ਉਹਨਾਂ ਦੀਆਂ ਸੰਗਤਾਂ, ਤੇ ਜੇ ਮੈਂ ਗੁਰੂ ਦੇ ਬਚਨ ਨਾ ਮੰਨੇ, ਗੁਰੂ ਦੀਆਂ ਸੰਗਤਾਂ ਨਾਰਾਜ਼ ਹੋ ਜਾਣਗੀਆਂ। ਤੇ ਸੰਗਤ ਨੇ ਬੜੀ ਦੂਰੋਂ ਦੂਰੋਂ ਆਉਣਾ, ਕਿਉਂ ਵਿਆਹ ਵਿੱਚ ਉੱਥੇ ਮਹੀਨੇ ਤੋਂ ਵੱਧ ਸਮਾਂ ਲੱਗ ਜਾਣਾ ਸੀਗਾ ਜੀ। ਗਏ ਸੌਂਪ ਗੁਰ ਸੰਗਤ ਸਾਰੀ, ਗਮਨਹਿ ਅਬ ਅਨਬਨੀ ਵਿਚਾਰੀ। ਕਹਿਣ ਲੱਗੇ ਮਹਾਰਾਜ ਸਾਨੂੰ ਸੰਗਤ ਛੱਡ ਕੇ, ਸੰਗਤ ਸੌਂਪ ਕੇ ਗਏ ਆ, ਤੇ ਮੈਂ ਸੰਗਤ ਨੂੰ ਛੱਡ ਕੇ ਵਿਆਹ ਵਿੱਚ ਚਲੇ ਜਾਵਾਂ, ਇਹ ਫੱਬਦੀ ਨਹੀਂ ਹੈ ਗੱਲ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ ਗੱਜ ਕੇ ਵਾਹਿਗੁਰੂ, ਤੇ ਪਿਆਰ ਨਾਲ ਕਹੋ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਵੇਖ ਲੋ ਮਹਾਰਾਜ ਕਿੱਡੇ ਮਰਿਆਦਾ ਪੁਰਸ਼ੋਤਮ ਹੈਗੇ ਆ ਜੀ। ਤੇ ਮਾਫ ਕਰਿਓ, ਵਿਆਹ ਭਾਵੇਂ ਦੂਰ ਦੀ ਰਿਸ਼ਤੇਦਾਰੀ 'ਚ ਹੋਵੇ, ਸਾਨੂੰ ਪਹਿਲਾਂ ਹੀ ਚਾਅ ਚੜੇ ਹੁੰਦੇ ਆ ਜੀ, ਤੇ ਨਿਤਨੇਮ ਪਹਿਲਾਂ ਹੀ ਛੱਡੇ ਹੁੰਦੇ ਆ ਜੀ। ਨਿਤਨੇਮ ਵੀ ਛੱਡ ਦਿੰਦੇ ਆ, ਕੋਈ ਨਹੀਂ। ਕਈ ਤੇ ਕਹਿੰਦੇ ਜੀ ਅਸੀਂ ਅੰਮ੍ਰਿਤ ਨਹੀਂ ਛਕਣਾ, ਇਹ ਵਿਆਹ ਵੇਖਣੇ ਆ ਅਜੇ 2-3 ਜੀ। ਏਦਾਂ ਦੀ ਫੌਜਾਂ ਵੀ ਹੈਗੀਆਂ ਜੀ, ਅਜੇ ਕਹਿੰਦੇ ਵਿਆਹ ਵੇਖਣੇ ਆ। ਤੇ ਗੁਰੂ ਸਾਹਿਬ ਸਾਡੇ ਕਰਕੇ ਕਹਿੰਦੇ ਵਿਆਹ 'ਚ ਨਹੀਂ ਜਾਣਾ ਅਸੀਂ। ਕਿੰਨਾ ਮਾਣ ਦਿੱਤਾ ਸਾਨੂੰ ਗੁਰੂ ਰਾਮਦਾਸ ਜੀ ਨੇ। ਹਾਂਜੀ। ਭੀਰ ਹਜ਼ਾਰੋਂ ਨਰ ਕੀ ਰਹੈ, ਸਭ ਕੋ ਖਰਚ ਕਹਾ ਨਿਰਬਹੈ। ਮਹਾਰਾਜ ਕਹਿਣ ਲੱਗੇ ਹਜ਼ਾਰਾਂ ਦਾ ਖਰਚ ਕਰਕੇ ਹਜ਼ਾਰਾਂ ਸੰਗਤਾਂ ਨੇ ਦਰਸ਼ਨ ਕਰਨ ਆਉਣਾ, ਉਹਨਾਂ ਦੀ ਖੇਚਲ, ਉਹਨਾਂ ਦਾ ਖਰਚ ਸਾਰਾ ਸਾਡੇ ਜਿੰਮੇ ਹੀ ਹੈ ਨਾ, ਕਹਿਣ ਲੱਗੇ। ਜਬ ਬਰਾਤ ਪਹੁੰਚੇ ਤਹ ਜਾਏ, ਸੰਗਤ ਮੇਲ ਹੋ ਹੈ ਸਮੁਦਾਏ। ਮਹਾਰਾਜ ਕਹਿਣ ਲੱਗੇ ਫਿਰ ਸੁਣ ਲਓ, ਤੁਸੀਂ ਕਹਿੰਦੇ ਬਰਾਤ 'ਚ ਨਾਲ ਚੱਲੋ। ਗੁਰੂ ਰਾਮਦਾਸ ਸਾਹਿਬ ਕਹਿਣ ਲੱਗੇ ਜਦੋਂ ਅਸੀਂ ਬਰਾਤ 'ਚ ਸ਼ਾਮਲ ਹੋ ਗਏ ਨਾ, ਤੇ ਸਾਡੇ ਨਾਲ ਸੰਗਤ ਬੜੀ ਹੋ ਜਾਣੀ ਹੈ, ਤੇ ਬਰਾਤ ਹੀ ਬਹੁਤ ਜ਼ਿਆਦਾ ਹੋ ਜਾਣੀ ਹੈ, ਤੇ ਉਤੋਂ ਮੇਲ ਵੀ ਹੋਣਾ ਵਿਆਹ ਵਿੱਚ ਜੀ। ਤੇ ਕਿੰਨੀ ਸੰਗਤ ਹੋ ਜਾਣੀ, ਤੇ ਲੜਕੀ ਪਰਿਵਾਰ ਕਿਹਨੂੰ ਕਿਹਨੂੰ ਸਾਂਭੇਗਾ, ਕਹਿਣ ਲੱਗੇ। ਹਾਂਜੀ। ਕਿਮ ਸਮਧੀ ਸਭ ਕਰੈ ਸੰਭਾਰੀ। ਉਹ ਤੁਹਾਡਾ ਕੁੜਮ ਸੰਬੰਧੀ ਸਮਧੀ, ਉਹ ਕਿਵੇਂ ਇੰਨੀ ਸੰਗਤ ਸਾਂਭੂ? ਇਹ ਤੇ ਕੁਦਰਤੀ ਹੈ। ਜਦੋਂ ਗੁਰੂ ਰਾਮਦਾਸ ਜੀ ਨੇ ਜਾਣਾ, ਬਰਾਤ ਥੋੜੀ ਰਹਿ ਜਾਣੀ, ਜੋ ਤੇ ਨਗਰ ਕੀਰਤਨ ਹੀ ਬਣ ਜਾਣਾ ਨਾ ਜੀ ਫਿਰ। ਹਾਂਜੀ। ਇਤਿਆਦਿਕ ਲਿਹੋ ਹੇਤ ਵਿਚਾਰੀ। ਮਹਾਰਾਜ ਕਹਿੰਦੇ ਇਹ ਵਿਚਾਰ ਲਓ, ਜਦੋਂ ਅਸੀਂ ਜਾਣਾ ਤੇ ਤੁਹਾਡੇ ਕੁੜਮਾਂ ਨੂੰ ਕਿੰਨੀ ਖੇਚਲ ਹੋਣੀ, ਕਹਿਣ ਲੱਗੇ। ਜਥਾ ਜੋਗ ਸੁਨ ਬਚ ਸੰਹਾਰੀ। ਫਿਰ ਬਾਬਾ ਸੰਘਾਰੀ ਦੀ ਗੱਲ ਸੋਚਦੇ ਵੀ ਮਹਾਰਾਜ ਗੱਲ ਤੇ ਠੀਕ ਹੀ ਕਹਿ ਰਹੇ ਆ। ਹਾਂਜੀ। ਬਿਨੈ ਸਨੀ ਪੁਨ ਗਿਰਾ ਉਚਾਰੀ। ਫਿਰ ਬੇਨਤੀ ਵਾਲੇ ਬਚਨ ਕੀਤੇ ਬਾਬਾ ਸੰਘਾਰੀ ਬਲ ਜੀ ਨੇ। ਹਾਂਜੀ। ਉਚਿਤ ਆਪ ਸਭ ਮੋਹੇ ਸੁਨਾਈ। ਹਾਂ, ਵੇਖ ਲਓ ਮਹਾਰਾਜ ਦੇ ਬਚਨਾਂ ਦਾ ਪ੍ਰਤਾਪ ਇੰਨਾ। ਬਾਬਾ ਸੰਘਾਰੀ ਮਲ ਜੀ ਕਹਿੰਦੇ ਮਹਾਰਾਜ ਗੱਲ ਤੇ ਤੁਹਾਡੀ ਠੀਕ ਹੈ, ਤੁਸੀਂ ਮੈਨੂੰ ਬਿਲਕੁਲ ਸਹੀ ਗੱਲ ਕਹੀ ਹੈ। ਅਬ ਵੀ ਸੰਗਤ ਹੈ ਸਮੁਦਾਈ। ਗੱਜ ਕੇ ਆਖੋ। ਨਾਲੇ ਉਹ ਸੰਗਤ ਵੇਖਣ ਦਾ ਨਾ, ਬਹੁਤ ਸੰਗਤ ਆਈ ਹੈ, ਕਹਿੰਦੇ ਮਹਾਰਾਜ ਸੰਗਤ ਤੇ ਹੋਣੀ ਬੜੀ ਹੈ। ਤੇ ਫਿਰ ਬਰਾਤੀਆਂ ਵੀ ਹੋਣਾ ਜੀ, ਸੰਗਤ ਵੀ ਹੋ ਗਈ ਤੇ ਮੇਲ ਵੀ ਹੋ ਗਿਆ, ਤੇ ਲੜਕੀ ਪਰਿਵਾਰ ਕਿਹਨੂੰ ਕਿਹਨੂੰ ਸਾਂਭਣਗੇ? ਮਨ 'ਚ ਸੋਚਣ ਲੱਗੇ ਜੀ। ਹਾਂਜੀ। ਅਨਗਨ ਆਏ ਭੀੜ ਵੱਡ ਹੋਈ। ਤੇ ਮਹਾਰਾਜ ਹੋਣੀ ਅਣਗਿਣਤ ਸੰਗਤ ਹੈ ਤੁਹਾਡੇ ਕੋਲ। ਹਾਂਜੀ। ਪੁੰਨ ਗ੍ਰਾਮਨ ਕੇ ਸਿੱਖ ਸਭ ਕੋਈ। ਤੇ ਫਿਰ ਮਹਾਰਾਜ ਜਦੋਂ ਆਪ ਜੀ ਨੇ ਉੱਥੇ ਜਾਣਾ, ਪਿੰਡਾਂ ਦੇ ਪਿੰਡਾਂ ਨਹੀਂ ਪਹੁੰਚ ਜਾਣਾ ਉੱਥੇ ਤੁਹਾਡੇ ਦਰਸ਼ਨਾਂ ਲਈ।
ਹਾਂਜੀ, ਇੱਕ ਅੱਧੇ ਪਿੰਡ ਨੇ ਥੋੜੀ ਆਉਣਾ ਜੀ, ਮਹਾਰਾਜ ਦਾ ਪ੍ਰਤਾਪ ਇੰਨਾ ਹੈ, ਪਿੰਡਾਂ ਦੇ ਪਿੰਡਾਂ ਨੇ ਪਹੁੰਚਣਾ ਉੱਥੇ ਜੀ। ਤਹਾਂ ਗਏ ਸਮਧੀ ਹੱਠ ਧਰੈ, ਹਾਂਜੀ। ਭੋਜਨ ਸਭ ਕੋ ਨਿਜ ਘਰ ਕਰੈ। ਤਹਾਂ ਗਏ ਸਮਧੀ ਹੱਠ ਧਰੈ, ਜਦੋਂ ਤੁਸੀਂ ਜਾਓਗੇ ਪਿੰਡਾਂ ਦੇ ਪਿੰਡ ਜਾਣਗੇ ਤੇ ਸਾਡੇ ਕੁੜਮ ਜਿਹੜੇ ਆ ਉਹ ਵੀ ਫਿਰ ਹੱਠ ਕਰਕੇ ਛਕਾਉਣਗੇ, ਕਰਜ਼ਾਈ ਹੋਣਗੇ। ਹਾਂਜੀ, ਸ਼ਕਤ ਨਾ ਏਤੀ ਹੋਹੈ ਕਰਜ਼ਾਈ। ਹਾਂ, ਉਹਨਾਂ 'ਚ ਇੰਨੀ ਸ਼ਕਤੀ ਨਹੀਂ ਹੈਗੀ ਮਹਾਰਾਜ, ਉਹ ਤੇ ਕਰਜ਼ਾਈ ਹੋ ਜਾਣਗੇ, ਇੰਨੀ ਸੰਗਤ ਨੂੰ ਲੰਗਰ ਛਕਾਉਂਦੇ ਆ। ਹੈ ਅਨਬਨ ਮੈਂ ਭੀ ਲਖ ਪਾਈ। ਮਹਾਰਾਜ ਮੈਂ ਗੱਲ ਸਮਝ ਲਈ ਹੈ, ਜੋ ਤੁਸੀਂ ਕਹਿ ਰਹੇ ਹੋ ਨਾ ਉਹ ਬਿਲਕੁਲ ਠੀਕ ਕਹਿ ਰਹੇ ਹੋ। ਜੇ ਮਹਾਰਾਜ ਆਪ ਜੀ ਆ ਗਏ ਤੇ ਉੱਥੇ ਤੇ ਇਕੱਠ ਹੀ ਬੜਾ ਵੱਡਾ ਹੋ ਜਾਣਾ। ਹਾਂਜੀ, ਤਾਉ ਆਪ ਮਨ ਆਵਨ ਜਾਨੋ, ਕਰੋ ਸਫਲ ਬਿਨਤੀ ਇਮ ਮਾਨੋ। ਪਰ ਮਾਣ ਹੱਕ ਵੀ ਰੱਖਦੇ ਨਾ ਜੀ ਬਾਬਾ ਜੀ, ਗੱਜ ਕੇ ਆਖੋ ਵਾਹਿਗੁਰੂ। ਭਰਾ ਨੇ ਗੁਰੂ ਰਾਮਦਾਸ ਜੀ, ਉਹਨਾਂ ਦੇ ਵੱਡੇ ਭਾਗਾਂ ਵਾਲੇ ਬਾਬਾ ਸੰਘਾਰੀ ਮੱਲ ਜੀ, ਕਹਿੰਦੇ ਮਹਾਰਾਜ ਫਿਰ ਵੀ ਮੇਰਾ ਹੱਕ ਹੈ, ਮੈਂ ਆਇਆ ਦੂਰੋਂ ਚੱਲ ਕੇ ਤੇ ਮੇਰੀ ਥੋੜੀ ਬਹੁਤੀ ਬੇਨਤੀ ਤੇ ਪ੍ਰਵਾਨ ਕਰੋ ਨਾ। ਹਾਂਜੀ, ਆਪਣੇ ਪੁੱਤਰ ਪਠੋ ਮਮ ਸੰਗ। ਹੋਰ ਨਹੀਂ ਤੇ ਆਪਣਾ ਪੋਤੀ ਭੇਜ ਦਿਓ, ਤੁਹਾਡਾ ਪੁੱਤਰ ਆ ਜਾਵੇ ਤਾਂ ਵੀ ਸਾਡੀ ਸ਼ਾਨ ਵਧੇਗੀ। ਗੁਰੂ ਰਾਮਦਾਸ ਜੀ ਦਾ ਪੁੱਤਰ ਸ਼ਾਮਲ ਹੈ ਵਿੱਚ। ਹਾਂਜੀ, ਹੋਵਹਿ ਸ਼ੁਭ ਕਾਰਜ ਸਰਬੰਗ। ਸਾਡੀ ਸ਼ਾਨ ਵੀ ਵਧੇਗੀ ਤੇ ਸਾਡੇ ਕਾਰਜ ਵੀ ਸਫਲੇ ਹੋਣਗੇ। ਹਾਂਜੀ, ਮਮ ਅਰਜ਼ੀ ਤੁਮ ਮਰਜ਼ੀ ਅੰਤਰ। ਤੇ ਮੇਰੀ ਬੇਨਤੀ ਹੈ ਤੇ ਤੁਹਾਡੀ ਮਰਜ਼ੀ ਹੈ। ਹਾਂਜੀ, ਰਾਵਰ ਗਰਜ਼ੀ ਰਹੋ ਨਿਰੰਤਰ। ਤੇ ਮਹਾਰਾਜ ਵੇਖੋ ਕਵੀ ਸੰਤੋਖ ਸਿੰਘ ਕਿੱਡੀ ਸੋਹਣੀ ਬੋਲੀ ਲਿਖਦੇ, ਮਮ ਅਰਜ਼ੀ ਤੁਮ ਮਰਜ਼ੀ ਅੰਦਰ, ਰਾਵਰ ਗਰਜ਼ੀ ਹੋ ਨਿਰੰਤਰ। ਮਹਾਰਾਜ ਮੈਂ ਤੇ ਸਦਾ ਹੀ ਤੁਹਾਡਾ, ਰਹੋ ਨਿਰੰਤਰ ਵਾਹਿਗੁਰੂ, ਮੈਂ ਸਦਾ ਤੁਹਾਡਾ ਧੰਨਵਾਦੀ ਰਵਾਂਗਾ ਜੇ ਤੁਸੀਂ ਆਪਣਾ ਪੁੱਤ ਵੀ ਭੇਜ ਦਿਓ। ਹਾਂਜੀ, ਸੁਨ ਸ਼੍ਰੀ ਰਾਮਦਾਸ ਸੁਖ ਰਾਸੀ, ਪ੍ਰਿਥਿਆ ਪੁੱਤਰ ਬੁਲਾਏ ਵਪਾਸੀ। ਅੱਗੋਂ ਫਿਰ ਸੰਗਤ ਜੀ ਉਹ ਪ੍ਰਸੰਗ ਬਦਲ ਜਾਂਦਾ ਤੇ ਉਹ ਆਪਾਂ ਹੁਣ ਕਥਾ ਕੱਲ ਸਰਵਣ ਕਰਾਂਗੇ। ਵੇਖ ਲਓ ਕਿੰਨੀ ਵੱਡੀ ਸ਼ਾਨ ਹੈ, ਪ੍ਰਤਾਪ ਹੈ ਮੇਰੇ ਗੁਰੂ ਰਾਮਦਾਸ ਸਾਹਿਬ ਜੀ ਦਾ। ਸਾਰੇ ਯਤਨ ਕਰਦੇ ਆ ਵੀ ਮਹਾਰਾਜ ਸਾਡੇ ਪ੍ਰੋਗਰਾਮ 'ਚ ਆਉਣ, ਸਾਡੇ 'ਚ ਆਉਣ, ਸਾਡੇ 'ਚ ਆਉਣ। ਜਿਨ੍ਹਾਂ ਦੇ ਘਰ ਵਿੱਚ ਮਹਾਰਾਜ ਗੁਰੂ ਰਾਮਦਾਸ ਸਾਹਿਬ ਚਲੇ ਜਾਣ ਫਿਰ ਸਾਧ ਸੰਗਤ ਜੀ ਤੁਹਾਨੂੰ ਪਤਾ ਉਹਨਾਂ ਦੀ ਸੋਭਾ ਤੇ ਵਧਣੀ ਹੈ ਨਾ। ਤੇ ਕਿਵੇਂ ਬਾਬਾ ਸੰਘਾਰੀ ਮੱਲ ਜੀ ਆ ਕੇ ਬੇਨਤੀ ਕਰਦੇ, ਮਹਾਰਾਜ ਤੁਸੀਂ ਤੇ ਸਾਡੇ ਸੋਢੀਆਂ ਦੀ ਵਡਿਆਈ ਬੜੀ ਵੱਡੀ ਵਧਾ ਦਿੱਤੀ ਹੈ। ਲੋਕ ਮਹਾਰਾਜ ਸਾਡਾ ਸਤਿਕਾਰ ਹੀ ਬੜਾ ਕਰਦੇ ਆ, ਤੁਹਾਡੇ ਕਰਕੇ ਕਰਦੇ ਆ। ਸੋ ਅੱਗੋਂ ਕਥਾ ਕੱਲ ਸਰਵਣ ਕਰਾਂਗੇ, ਮਹਾਰਾਜ ਕਿਰਪਾ ਕਰਨ। ਗੁਰੂ ਰਾਮਦਾਸ ਜੀ ਜਿੰਨੀ ਨਿਮਰਤਾ ਕਿੱਥੋਂ ਲੱਭੇਗੀ। ਆਪ ਗੁਰੂ ਨੇ, ਪਰ ਜਦੋਂ ਵੱਡਾ ਭਰਾ ਮਹਾਰਾਜ ਦੇ ਕੋਲ ਆਇਆ ਤੇ ਮਹਾਰਾਜ ਨੇ ਪੈਰੀਂ ਹੱਥ ਲਾਇਆ ਜੀ ਉਹਨਾਂ ਦੇ। ਹਾਂਜੀ, ਇੰਨੀ ਨਿਮਰਤਾ ਕਿੱਥੋਂ ਲੱਭੇਗੀ। ਛੋਟੀ ਜਿਹੀ ਪਦਵੀ ਮਿਲ ਜੇ ਉਹ ਹੀ ਨਹੀਂ ਮਾਣ ਹੈਗੀ ਜੀ। ਹਾਂਜੀ, ਤੇ ਗੁਰੂ ਬਣ ਗਏ ਤਾਂ ਵੀ ਕਿੰਨੀ ਨਿਮਰਤਾ। ਸੋ ਅੱਗੋਂ ਇਤਿਹਾਸ ਕੱਲ੍ਹ ਨੂੰ ਸਰਵਣ ਕਰਾਂਗੇ। ਮਹਾਰਾਜ ਸਾਡੇ ਤੇ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਿਓ। ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।